ਹੋਮ ਹੈਲਥ ਐਂਡ ਹੈਪੀਨੈਸ ਨਾਲ ਜੁੜ ਚੁੱਕੇ ਸਾਰੇ ਲਿਸਨਰਸ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਤੁਹਾਨੂੰ ਸਭ ਨੂੰ ਮੀਨਾਕਸ਼ੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਵੈਲਕਮ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਮੰਗਲਵਾਰ ਦਾ ਪ੍ਰੋਗਰਾਮ 8 ਜੂਨ ਦਾ ਲੈ ਕੇ ਅਸੀਂ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕੇ ਹਾਂ। ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਕਰਾਂਗੇ ਸਾਂਝੀ, ਔਰ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਮਿਸਟਰ ਸੈਨ। मेरे वालों भी फिर स्वागत है जी आप सब ਦਾ बहुत बहुत शुक्रिया और बहुत बहुत ਮਿਹਰਬਾਨੀ ਕਿ ਸਾਡੇ ਇਸ ਪ੍ਰੋਗਰਾਮ ਨਾਲ ਤੁਸੀਂ ਹਰ ਰੋਜ਼ ਮੰਡੇ ਟੂ ਫਰਾਈਡੇ 1350 AM ਡਾਇਲ ਤੇ ਜੁੜਦੇ ਹੋ। ਪ੍ਰਵਾਸੀ ਪਲੱਸ ਪ੍ਰੋਗਰਾਮ ਤੁਹਾਡੇ ਲਈ ਅਸੀਂ ਲਗਾਤਾਰ ਪੇਸ਼ ਕਰਦੇ ਆ ਰਹੇ ਹਾਂ 23 ਮਾਰਚ ਪਿਛਲੇ ਸਾਲ ਤੋਂ 1 ਤੋਂ 2, ਔਰ ਹੁਣ ਇਹ ਪ੍ਰੋਗਰਾਮ ਤੁਸੀਂ ਟੀਵੀ ਉੱਤੇ ਵੀ ਵਾਚ ਕਰਦੇ ਹੋ ਨਾਲ ਦੀ ਨਾਲ। ਤਾਂ ਥੈਂਕ ਯੂ। ਟੀਵੀ ਤੇ ਵਾਚ ਕਰ ਰਹੇ ਹੋ, ਡਰਾਈਵ ਕਰਦੇ ਜਾ ਰਹੇ ਹੋ, ਸੁਣਦੇ ਜਾ ਰਹੇ ਹੋ, ਕਾਰ ਦੇ ਵਿੱਚ, ਟਰੱਕ ਦੇ ਵਿੱਚ, ਜਿੱਥੇ ਕਿਤੇ ਵੀ ਹੋ ਸਾਡੇ ਨਾਲ ਜੁੜੇ ਹੋ। ਸਾਡੇ ਐਪ ਰਾਹੀਂ, ਇੰਟਰਨੈਟ ਰਾਹੀਂ 1350 ਦੀ ਫ੍ਰੀਕੁਐਂਸੀ ਰਾਹੀਂ ਤੁਹਾਡਾ ਸਵਾਗਤ ਹੈ। ਔਰ ਨਾਲ ਫਿਰ ਨੰਬਰ ਵੀ ਦੇ ਦਈਏ 905 461 4000 905 461 4000 ਸਾਡੇ ਨਾਲ ਹੁਣ 1 ਤੋਂ 2 ਇਸ 1 ਘੰਟੇ ਦੇ ਪ੍ਰੋਗਰਾਮ ਦੇ ਦੌਰਾਨ ਗੱਲਬਾਤ ਕਰਨ ਲਈ ਜੀ ਹਾਂ। ਔਰ ਅਸੀਂ ਬੜਾ ਪਿਆਰਾ ਸ਼ਬਦ ਤੁਹਾਡਾ है। और आज दा मैक्सिमम जड़ा जाना है 28 तक। बिल्कुल बदलवाई बनी हुई है, सवेर दी बारिश चढ़ी है, तड़के दी लगी हुई है, विच रुकदी है, विच फिर लग जाती है, और थंडर स्टॉर्म्स दी पूरी पॉसिबिलिटी बनी हुई है। बिल्कुल थोड़ा है गर्मी वाला मौसम है, ह्यूमिडिटी बहुत ज़्यादा है, और इस तरह ही हजे मौसम जड़ा बनया रहना है। कल नूं भी जड़ा है 28 डिग्री हाई होएगा, कल भी सेम ही है, बदल होणगे और थंडर स्टॉर्म्स की पॉसिबिलिटी पूरी बनी हुई है। वीरवार नूं फिर 23 डिग्री हाई दे नाल धुप निकलेगी, हल्के फुल्के बदल भी होणगे। शुक्रवार नूं भी 23 डिग्री हाई, धुप और बदल। इतवार नूं फिर 24 डिग्री हाई, धुप और बदल। इतवार नूं फिर दोबारा जाके शनिवार तो बाद 23 डिग्री हाई, धुप होएगी, बदल होणगे ते बारिश होएगी। और आने वाले लगातार कल तो बाद, कल तो थंडर स्टॉर्म्स ही है, उस तो बाद लगातार 3 दिन वीर शुक्र तो शनिवार जड़ा है वो 23 और 24 डिग्री हाई रहेगा। बारिश की पॉसिबिलिटी फिलहाल नहीं दिखाई गई, धुप हैगी है, बदल होणगे। इतवार नूं जाके फिर दोबारा बारिश पेगी 23 डिग्री हाई दे नाल। Hi, I'm Karan Daliwal, your mortgage broker. See what happened to my clients when I get their mortgage approved. The best mortgage rate excitement. And of course, debt consultation. Well, I'm just doing my job. I don't know why these XC dances keeps happening. मैं अभय माथुर, नायगरा रीजन में किसी को भी प्रॉपर्टी की बाइंग ਵਿੱਚ 8 ਮਹੀਨਿਆਂ ਤੋਂ ਬਾਅਦ ਇੰਨੇ ਘੱਟ ਕੇਸਿਸ ਆਏ ਨੇ, 469 ਕੇਸਿਸ ਆਏ ਨੇ। ਔਰ ਪਿਛਲੀ ਵਾਰੀ ਜਦੋਂ ਘੱਟ ਕੇਸਿਸ ਆਏ ਸੀਗੇ 8 ਮਹੀਨੇ ਪਹਿਲਾਂ, ਸੈਪਟੈਂਬਰ 26 ਤਰੀਕ ਨੂੰ 435 ਕੇਸਿਸ ਆਏ ਸੀਗੇ, ਜਿਹੜੇ ਕਿ ਅੱਜ ਆਏ ਨੇ ਹੁਣ 469। ਹਾਲਾਂਕਿ ਯੂਰਪ ਰੀਜਨ ਦੇ ਜਿਹੜੇ ਕੇਸਿਸ ਇਸ ਦੇ ਵਿੱਚ ਇਨਕਲੂਡਡ ਨਹੀਂ ਹੈਗੇ, ਕਿਉਂਕਿ ਯੂਰਪ ਰੀਜਨ ਦੇ ਵਿੱਚ ਡੀਪ ਕਲੀਨਿੰਗ ਹੋਣ ਕਰਕੇ ਉਹਦੇ ਜਿਹੜੇ ਕੇਸਿਸ ਇਸ ਦੇ ਵਿੱਚ ਇਨਕਲੂਡ ਨਹੀਂ ਕੀਤੇ ਗਏ। ਕੱਲ ਸੋਮਵਾਰ ਨੂੰ 525 ਕੇਸਿਸ ਆਏ ਸੀਗੇ, 663 ਕੇਸਿਸ ਆਏ ਸੀਗੇ ਇਤਵਾਰ ਨੂੰ, ਤੇ 744 ਕੇਸਿਸ ਜਿਹੜੇ ਸ਼ਨੀਵਾਰ ਨੂੰ ਆਏ ਸੀਗੇ, ਤੇ ਅੱਜ ਜਿਹੜੇ ਨੇ 469 ਕੇਸਿਸ ਆਏ ਹੈ। ਔਰ ਲਗਾਤਾਰ ਕੇਸਿਸ ਥੋੜੇ ਕਰਕੇ ਘਟ ਰਹੇ ਨੇ। ਮੌਤਾਂ ਦੀ ਗਿਣਤੀ ਜਿਹੜੀ ਹੈ 18 ਮੌਤਾਂ ਹੋਰ ਹੋਈਆਂ ਨੇ ਪਿਛਲੇ 24 ਘੰਟਿਆਂ ਦੇ ਵਿੱਚ। ਹੁਣ ਤੱਕ 8887 ਮੌਤਾਂ ਹੋ ਚੁੱਕੀਆਂ ਨੇ। ਪਿਛਲੇ 24 ਘੰਟਿਆਂ ਦੇ ਵਿੱਚ 1010 ਲੋਕ ਜਿਹੜੇ ਰਿਕਵਰ ਹੋਏ ਹੈ, ਤੇ ਐਕਟਿਵ ਕੇਸਿਸ ਦੀ ਗਿਣਤੀ ਓਨਟਾਰੀਓ ਦੇ ਵਿੱਚ ਹੋ ਗਈ ਹੈ ਹੁਣ 7378 ਤੱਕ। ਓਨਟਾਰੀਓ ਨੇ ਪਿਛਲੇ 24 ਘੰਟਿਆਂ ਦੇ ਵਿੱਚ 17579 ਟੈਸਟ ਕੀਤੇ ਨੇ, ਜਿਹੜੇ ਕਿ ਕੱਲ ਨਾਲੋਂ ਥੋੜੇ ਜਿੰਨੇ ਵੱਧ ਨੇ। ਕੱਲ 15177 ਟੈਸਟ ਕੀਤੇ ਗਏ ਸੀਗੇ। ਟੈਸਟ ਥੋੜੇ ਜਿੰਨੇ ਵੱਧ ਹੋਇਆ, ਇਸ ਕਰਕੇ ਪੋਜ਼ਿਟਿਵਿਟੀ ਰੇਟ ਵੀ ਥੋੜਾ ਜਿੰਨਾ ਕੱਲ ਨਾਲੋਂ ਹੋਰ ਘਟਿਆ ਹੈ। ਕੱਲ 3.6% ਸੀਗਾ, ਅੱਜ ਹੈਗਾ 2.7%। 1040 ਜਿਹੜੇ ਹੈ ਉਹ ਹੋਰ ਵੇਰੀਐਂਟਸ ਦੇ ਕੇਸਿਸ ਹੈਗੇ, ਜਿਸ ਦੇ ਵਿੱਚ ਜ਼ਿਆਦਾਤਰ ਐਲਫਾ ਵੇਰੀਐਂਟ ਦੇ ਜਿਹੜੇ ਕੇਸਿਸ ਹੈ, ਜਿਹੜਾ ਕਿ ਯੂਕੇ ਵਾਲਾ ਵੇਰੀਐਂਟ ਹੈਗਾ। और हालांकि कहा जा रहा है कि डेल्टा वेरिएंट जड़ा है बहुत ज़्यादा कंटेजियस वेरिएंट है और डोमिनेंट स्ट्रेन बनता जा रहा है GTA के कुछ हिस्सों के खास करके अगले हफ्ते तक, अगले महीने तक ये जड़ा है डेल्टा वेरिएंट
ਇਹ GTA ਦੇ ਵਿੱਚ ਡੋਮੀਨੈਂਟ ਸਟ੍ਰੇਨ ਬਣ ਜਾਣਾ ਹੈ। GTA ਦੇ ਵਿੱਚ ਦੇਖਿਆ ਜਾਏ ਤੇ ਟੋਰਾਂਟੋ ਦੇ ਵਿੱਚ 182 ਕੇਸਿਸ ਆਏ ਨੇ ਔਰ 76 ਕੇਸਿਸ ਆਏ ਨੇ ਪੀਲ ਦੇ ਵਿੱਚ, 30 ਆਏ ਨੇ ਡਰਹਮ ਦੇ ਵਿੱਚ, 24 ਹਾਲਟਨ ਦੇ ਵਿੱਚ। ਜਿਸ ਤਰ੍ਹਾਂ ਅਸੀਂ ਦੱਸਿਆ ਸੀਗਾ ਕਿ ਯਾਰਕ ਦੇ ਕੇਸਿਸ ਅਜੇ ਨਹੀਂ ਆਏ ਕਿਉਂਕਿ ਉੱਥੇ ਡੀਪ ਕਲੀਨਿੰਗ ਚੱਲ ਰਹੀ ਹੈ। ਹਸਪੀਟਲ ਦੇ ਵਿੱਚ ਵੀ ਪੇਸ਼ੈਂਟਸ ਦੀ ਗਿਣਤੀ ਥੋੜੀ ਜਿਹੀ ਵਧੀ ਹੈਗੀ ਹੈ। 621 ਪੇਸ਼ੈਂਟਸ ਇਸ ਵੇਲੇ ਹਸਪੀਟਲ ਦੇ ਵਿੱਚ ਨੇ, ਜਿਹੜੇ ਕਿ ਕੱਲ ਤੱਕ 547 ਸੀਗੇ। ਇਹਨਾਂ ਵਿੱਚੋਂ 481 ਪੇਸ਼ੈਂਟਸ ਜਿਹੜੇ ਨੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਹੈਗੇ, ਜਿਨ੍ਹਾਂ ਵਿੱਚ 31 ਪੇਸ਼ੈਂਟ ਜਿਹੜੇ ਮੈਨੀਟੋਬਾ ਤੋਂ ਟ੍ਰਾਂਸਫਰ ਹੋਏ ਹੋਏ ਹੈ ਔਰ 305 ਪੇਸ਼ੈਂਟਸ ਜਿਹੜੇ ਹੈਗੇ ਆ ਉਹ ਇਸ ਵੇਲੇ ਵੈਂਟੀਲੇਟਰ ਦੀ ਮਦਦ ਦੇ ਨਾਲ ਸਾਹ ਲੈ ਰਹੇ ਹੈ। 5,37,000 ਲੈਬ ਕਨਫਰਮਡ ਕੇਸਿਸ ਹੁਣ ਤੱਕ ਓਨਟਾਰੀਓ ਦੇ ਵਿੱਚ ਕੋਵਿਡ ਦੇ ਹੋ ਚੁੱਕੇ ਹੈ, ਜਿਨ੍ਹਾਂ ਵਿੱਚੋਂ 5,20,811 ਰਿਕਵਰ ਵੀ ਹੋ ਚੁੱਕੇ ਨੇ। ਤਕਰੀਬਨ 10.2 ਮਿਲੀਅਨ ਵੈਕਸੀਨਸ ਜਿਹੜੀਆਂ ਨੇ ਉਹ ਦਿੱਤੀਆਂ ਜਾ ਚੁੱਕੀਆਂ ਨੇ, ਪ੍ਰੋਵਿੰਸ ਭਰ ਦੇ ਵਿੱਚ ਲਗਾਈਆਂ ਜਾ ਚੁੱਕੀਆਂ ਨੇ। ਦਸੰਬਰ 20 ਤੋਂ ਬਾਅਦ ਚ ਜਦੋਂ ਤੋਂ ਵੈਕਸੀਨੇਸ਼ਨ ਜਿਹੜੀ ਚੱਲ ਰਹੀ ਹੈਗੀ ਹੈ ਔਰ ਕੱਲ ਦੇ ਵਿੱਚ 1,58,209 ਇੰਜੈਕਸ਼ਨ ਜਿਹੜੇ ਲਗਾਏ ਗਏ ਨੇ। ਜਿਹੜੇ ਲੋਕੀ ਫੁੱਲੀ ਵੈਕਸੀਨੇਟ ਹੋ ਚੁੱਕੇ ਨੇ ਓਨਟਾਰੀਓ ਦੇ ਵਿੱਚ, ਉਹਨਾਂ ਦੀ ਵੀ ਗਿਣਤੀ ਹੁਣ ਪਹੁੰਚ ਗਈ ਹੈ 1.1 ਮਿਲੀਅਨ ਤੱਕ। ਤੇ ਲਗਾਤਾਰ ਵੈਕਸੀਨੇਸ਼ਨਸ ਵੀ ਵੱਧ ਰਹੀਆਂ ਨੇ ਔਰ ਜਿਹੜੇ ਕੇਸਿਸ ਦੀ ਗਿਣਤੀ ਆਫ ਕੋਰਸ ਇਸ ਕਰਕੇ ਜਿਹੜੀ ਹੈ ਥੋੜੀ ਕਰਕੇ ਸਹੀ ਪਰ ਘਟਦੇ ਕਾਫੀ ਘਟ ਰਹੀ ਹੈ। ਹੁਣ ਅੱਜ ਜਿਹੜੇ ਕੇਸਿਸ ਆਏ ਨੇ 8 ਮਹੀਨਿਆਂ ਤੋਂ ਬਾਅਦ ਇੰਨੇ ਘੱਟ ਕੇਸਿਸ ਦੁਬਾਰਾ ਆਏ ਨੇ। ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। मैं अभय माथुर, नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 905-978-3788। खबर होवे राष्ट्रीय चाहे अंतरराष्ट्रीय Local grocery stores near you. Call 416-822-5758. ਔਰ ਤੁਹਾਨੂੰ ਅਸੀਂ ਜਾਣਕਾਰੀ ਦੇਣਾ ਚਾਹਾਂਗੇ ਡਿਕਸੀ ਟਰੱਕ ਫੋਰਕਲਿਫਟ ਡਰਾਈਵਿੰਗ ਸਕੂਲ ਬਾਰੇ ਵੀ। ਦਰਸ਼ਨ ਮਾਨ ਹੋਰਾਂ ਨੇ ਬੜੇ ਲੰਬੇ ਸਮੇਂ ਤੋਂ ਬੜੇ ਲੋਕਾਂ ਨੂੰ, ਸੈਂਕੜੇ ਨਹੀਂ ਮੈਨੂੰ ਲੱਗਦਾ ਹਜ਼ਾਰਾਂ ਦੀ ਗਿਣਤੀ ਹੋਣੀ ਚਾਹੀਦੀ ਹੈ, ਜਿਹੜੇ ਲੋਕ ਵਧੀਆ ਟਰੱਕ ਡਰਾਈਵਰ ਬਣੇ ਆ ਇਹਨਾਂ ਦੇ ਟ੍ਰੇਨਿੰਗ ਤੋਂ ਬਾਅਦ। ਔਰ $4500 ਚ ਅੱਜ ਕੱਲ੍ਹ ਪੂਰਾ ਠੇਕਾ ਕਰ ਲੈਂਦੇ ਆ। ਦੋ ਰੋਡ ਟੈਸਟ ਸ਼ਾਮਿਲ ਨੇ। ਤੁਸੀਂ ਜਦੋਂ ਲਾਇਸੈਂਸ ਲੈ ਲਓਗੇ ਇਹ ਤੁਹਾਨੂੰ ਜੌਬ ਦਾ ਵੀ ਅਰੇਂਜਮੈਂਟ ਆਪ ਕਰਕੇ ਦੇਣਗੇ। ਹਰ ਵੀਕਐਂਡ ਤੇ 에ਅਰ ਬ੍ਰੇਕ ਦੀਆਂ ਕਲਾਸਾਂ ਵੀ ਲਗਾਉਂਦੇ ਆ। तो कॉल करके कोई जानकारी लवो 905-452-3633 905-452-3633 और इन्हों का डायरैक्ट नंबर भी दे देना 416-629-4454 416-629-4454। ਇੱਥੇ ਕੈਨੇਡਾ ਵਰਗਾ ਜਿਹੜਾ ਸਾਡਾ ਮੁਲਕ ਹੈ ਦੁਨੀਆ ਦੇ ਵਿੱਚ ਸਵਰਗ ਵਜੋਂ ਮੰਨਿਆ ਜਾਂਦਾ, ਕਿਉਂਕਿ ਜਿੰਨੇ ਜ਼ਿਆਦਾ ਲੋਕ ਵੱਖ-ਵੱਖ ਧਰਮਾਂ ਦੇ ਕੈਨੇਡਾ 'ਚ ਵਸਦੇ ਆ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਹੋਣ। ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ 170 ਮੁਲਕਾਂ ਤੋਂ ਆਏ ਹੋਏ ਲੋਕ ਜਿਹੜੇ 150 ਤੋਂ ਵੱਧ ਭਾਸ਼ਾਵਾਂ ਬੋਲਦੇ ਆ ਉਹ ਕੈਨੇਡਾ 'ਚ ਵਸਦੇ ਆ। ਖਾਸ ਤੌਰ 'ਤੇ GTA ਦਾ ਇਲਾਕਾ ਹੋਵੇ, ਵੈਨਕੂਵਰ ਹੋਵੇ, ਇਹ ਜਿਹੜੇ ਦੋ ਵੱਡੇ ਜਿਹੜੇ ਮੈਟਰੋਪੋਲੀਟਨ ਸਿਟੀਜ਼ ਹੈ। ਐਸੇ ਕੰਟਰੀ ਦੇ ਵਿੱਚ ਜਿੱਥੇ ਸਭ ਲਈ ਬਰਾਬਰ ਦਾ ਸਤਿਕਾਰ ਹੈ, ਧਰਮ ਮਜ਼ਹਬ ਕੋਈ ਊਚ ਨੀਚ ਨਹੀਂ। ਈਵਨ ਕਿ ਅਸੀਂ ਜੈਂਡਰ ਇਕੁਐਲਿਟੀ ਦੇ ਬਾਰੇ ਵੀ ਬੜੇ ਸੈਂਸਿਟਿਵ ਹਾਂ। ਤੁਹਾਨੂੰ ਅਸੀਂ ਅੱਗੇ ਵੀ ਦੱਸਿਆ ਇੱਕ ਦੋ ਵਾਰੀ ਕਿ ਜਿਹੜਾ ਸਾਡਾ ਦੇਸ਼ ਦਾ ਰਾਸ਼ਟਰੀ ਗੀਤ ਹੈ ਉਹ ਕੈਨੇਡਾ, ਉਹਦੇ ਵਿੱਚ ਇੱਕ ਲਾਈਨ ਆਂਦੀ ਹੁੰਦੀ ਸੀ ਕਿ 2 ਸਨਸ, ਪਰ ਉਹਨਾਂ ਨੇ ਕਿਹਾ ਜੀ ਇਹ ਵੀ ਕਿਉਂ ਹੋਵੇ ਤੇ 2 ਚਿਲਡਰਨ ਹੋਣੇ ਚਾਹੀਦੇ ਆ, ਨਾ ਕਿ ਸਿਰਫ ਪੁੱਤਰਾਂ ਨੂੰ ਇਹ ਮਹੱਤਤਾ ਕਿਉਂ। ਐਸੇ ਮੁਲਕ ਦੇ ਵਿੱਚ ਜਿੱਥੇ ਸਭ ਲਈ ਬਰਾਬਰ ਦਾ ਸਤਿਕਾਰ ਹੋਵੇ
ਉੱਥੇ ਕੋਈ ਨਸਲੀ ਜਿਹੜੀ ਹਿੰਸਾ, ਹੇਟ ਕ੍ਰਾਈਮ, ਇਸ ਦੀ ਕੋਈ ਥਾਂ ਨਹੀਂ ਹੈ। ਇੰਨੇ ਵਧੀਆ ਮੁਲਕ 'ਚ ਅਸੀਂ ਰਹਿੰਦੇ ਹਾਂ, ਪਰ ਜਦੋਂ ਕਦੀ ਕੋਈ ਇਹੋ ਜਿਹੀ ਹਰਕਤ ਕੋਈ ਇੱਕ ਬੰਦਾ ਕਰੇ, ਕੋਈ ਇਹੋ ਜਿਹੀ ਘਟਨਾ ਵਾਪਰੇ, ਤੇ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਵਾਕਈ ਇੱਥੇ ਇੰਨੀ ਨਫ਼ਰਤ ਹੈ ਲੋਕਾਂ ਦੇ ਮਨਾਂ ਦੇ ਵਿੱਚ। ਔਰ ਇਹ ਕੁਝ ਦੇਖਣ ਨੂੰ ਮਿਲਿਆ ਜੋ ਕੁਝ ਪਰਸੋਂ ਰਾਤ ਨੂੰ ਲੰਡਨ 'ਚ ਹੋਇਆ। ਇੱਕ ਪਰਿਵਾਰ ਸ਼ਾਮ ਨੂੰ ਸੈਰ ਕਰ ਰਿਹਾ ਸੀ, ਉਹਨਾਂ ਦੇ ਮਦਰ, ਹਸਬੈਂਡ ਵਾਈਫ ਤੇ 2 ਬੱਚੇ, ਬੇਟੀ ਔਰ ਬੇਟਾ। ਇਹ 5 ਜਣੇ ਜਿਹੜੇ ਸੈਰ ਕਰ ਰਹੇ ਸੀ ਔਰ ਇੱਕ ਬੰਦਾ ਆਇਆ। ਬੰਦਾ ਵੀ ਕੀ ਹੈ ਜੀ, 19-20 ਸਾਲ ਦਾ ਲੜਕਾ ਆਇਆ, ਗੋਰਾ, ਸਿਰ ਫਿਰਿਆ ਹੋਇਆ ਇਹ ਲੜਕਾ, ਔਰ ਸਿੱਧੀ ਸਾਈਡ ਵਾਕ ਦੇ ਉੱਤੇ ਕਾਰ ਚੜ੍ਹਾ ਦਿੱਤੀ, 5 ਨੂੰ ਕੁਚਲ ਕੇ ਦੌੜ ਗਿਆ। ਔਰ ਜਦੋਂ ਖਬਰ ਆਈ ਸੀ ਕੱਲ੍ਹ, ਤੇ ਇਹੀ ਸਾਰੇ ਸੋਚਦੇ ਪਏ ਸੀ ਕਿ ਸ਼ਾਇਦ ਗੱਡੀ ਆਊਟ ਆਫ ਕੰਟਰੋਲ ਹੋ ਸਕਦਾ ਹੈ ਇਹ ਕੋਈ ਐਕਸੀਡੈਂਟ ਹੋਵੇ। ਪਰ ਜਦੋਂ ਪੁਲਿਸ ਨੇ ਇਹ ਗੱਲ ਰਿਲੀਜ਼ ਕੀਤੀ, ਜਾਣਕਾਰੀ ਕਿ ਇਹ ਐਕਸੀਡੈਂਟ ਨਹੀਂ ਬਲਕਿ ਇਹ ਤੇ ਨਫ਼ਰਤ ਦਾ ਇੱਕ ਮਾਮਲਾ ਸੀ, ਮੁਸਲਿਮ ਪਰਿਵਾਰ ਸੀ ਔਰ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਔਰ ਇਹ ਜਿਹੜਾ ਮੁਸਲਿਮ ਪਰਿਵਾਰ ਹੈ, ਪੜ੍ਹਿਆ ਲਿਖਿਆ ਪਰਿਵਾਰ, ਬੜੇ ਹੀ ਸੰਪੰਨ ਲੋਕ ਨੇ। ਔਰ ਇਹ ਇੰਡੀਆ ਦੇ ਵਿੱਚ ਤੁਹਾਨੂੰ ਅਗਰ ਯਾਦ ਹੋਵੇ, ਮੋਹਿਸਨਾ ਕਿਦਵਈ ਬੜੇ ਮਸ਼ਹੂਰ ਮਿਨਿਸਟਰ ਰਹੇ ਹੈ ਕਾਂਗਰਸ ਪਾਰਟੀ ਵੱਲੋਂ। ਉਹਨਾਂ ਦੇ ਹਸਬੈਂਡ ਜਿਹੜੇ ਕਿ ਗਵਰਨਰ ਰਹੇ ਆ ਵੈਸਟ ਬੰਗਾਲ ਦੇ, ਹਰਿਆਣਾ ਦੇ, ਬਿਹਾਰ ਦੇ, ਰਾਜ ਸਭਾ ਦੇ ਮੈਂਬਰ, ਪਦਮ ਵਿਭੂਸ਼ਣ ਜਿਹਨਾਂ ਨੂੰ ਮਿਲਿਆ ਸੀ, ਸਭ ਤੋਂ ਵੱਡਾ ਹਾਈਐਸਟ ਸਿਵਲੀਅਨ ਅਵਾਰਡ ਹੈ ਭਾਰਤ ਰਤਨ ਤੋਂ ਬਾਅਦ ਅਗਰ ਗੱਲ ਕਰੀਏ। ਇਹ ਉਸ ਪਰਿਵਾਰ ਦੇ ਨਾਲ ਇਹਨਾਂ ਦਾ ਸੰਬੰਧ ਸੀ। ਵੈਸੇ ਪਾਕਿਸਤਾਨ ਤੋਂ ਆਇਆ ਹੋਇਆ ਪਰਿਵਾਰ, ਔਰ ਸਾਈਕੈਟਰਿਸਟ ਸਨ ਜਿਹੜੇ ਇਸ ਘਰ ਦੇ ਇਹ ਮੁਖੀ। ਪਰ ਕੀ ਐਸਾ ਹੋਇਆ, ਕਦੀ ਕੋਈ ਇਸ ਲੜਕੇ ਨਾਲ ਕੋਈ ਦੁਸ਼ਮਣੀ ਨਹੀਂ, ਕਦੀ ਕੋਈ ਆਪਸ 'ਚ ਉਹਨਾਂ ਦਾ ਕੋਈ ਝਗੜਾ ਨਹੀਂ। ਔਰ ਇਹ ਜਿਹੜੀ ਘਟਨਾ ਹੈ, ਇਹ ਇੰਨੀ ਕੁ ਜ਼ਿਆਦਾ ਲੋਕਾਂ ਦੀ ਚਿੰਤਾ ਪੈਦਾ ਕੀਤੀ ਇਸ ਨੇ ਕਿ ਰਾਹ ਜਾਂਦੇ ਲੋਕਾਂ ਉੱਤੇ ਕਦੀ ਵੀ ਕੋਈ ਕਿਤੇ ਵੀ ਇਸ ਕਰਕੇ ਹਮਲਾ ਕਰ ਦੇ ਕਿ ਉਹ ਕਿਸੇ ਦੂਜੇ ਧਰਮ ਤੋਂ ਹਨ, ਕੋਈ ਕਸੂਰ ਨਹੀਂ। ਤਾਂ ਇਹ ਜਿਹੜੀ ਘਟਨਾ, ਅਸੀਂ ਤੁਹਾਨੂੰ ਬੜੀ ਜਲਦੀ ਲੰਡਨ, ਓਨਟਾਰੀਓ ਹੀ ਲੈ ਕੇ ਜਾਵਾਂਗੇ ਔਰ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ, ਉੱਥੋਂ ਦੀ ਕਮਿਊਨਿਟੀ ਦੇ ਨਾਲ, ਤਾਂ ਕਿ ਕੁਝ ਪਤਾ ਲਗਾ ਸਕੀਏ ਇਸ ਘਟਨਾ ਬਾਰੇ, ਹੋਰ ਜਾਣਕਾਰੀ ਤੁਹਾਨੂੰ ਦੇ ਸਕੀਏ। ਲੰਡਨ ਦੀ ਗੱਲ ਚੱਲੀ ਹੈ, ਤੇ ਲੰਡਨ ਦੇ ਤੋਂ ਹੀ ਉਹ ਲੜਕਾ ਸੀ ਜਿਹਨੇ ਪੰਡਿਤ ਅਵੇ ਸ਼ਾਸਤਰੀ, ਜਿਹੜੇ ਗੌਰ ਮੰਦਰ ਦੇ ਮੁੱਖ ਪੁਜਾਰੀ ਹੈ, ਉਹਨਾਂ ਦੀ ਵਾਈਫ ਸੰਗੀਤਾ ਸ਼ਰਮਾ ਦਾ ਕਤਲ ਕਰ ਦਿੱਤਾ ਸੀ ਪਿਛਲੇ ਸਾਲ ਅਗਸਤ ਮਹੀਨੇ। ਤੁਹਾਨੂੰ ਚੇਤਾ ਹੋਏਗਾ, ਘਰ ਦੇ ਵਿੱਚ ਜਾ ਕੇ ਉਹਨਾਂ ਦੇ ਡਰਾਈਵੇ ਦੇ ਅੰਦਰ, ਗਰਾਜ ਦੇ ਅੰਦਰ ਜਾ ਕੇ ਉਹ ਹਮਲਾ ਕਰਕੇ, ਗੋਲੀ ਮਾਰ ਕੇ ਮੌਕੇ ਤੇ ਹੀ ਸੰਗੀਤਾ ਸ਼ਰਮਾ ਦੀ ਮੌਤ ਉਸ ਵੇਲੇ ਹੋ ਗਈ ਸੀ। ਤਾਂ ਜਿਹੜਾ ਲੜਕਾ ਫੜਿਆ ਗਿਆ ਹੈ, 19 ਸਾਲ ਦਾ ਲੜਕਾ ਹੈ, ਇਹ ਵੀ ਲੰਡਨ ਅੰਟਾਰੀਓ ਤੋਂ ਹੀ ਹੈ। ਉਹ ਵੀ ਗੱਲ ਕਰਾਂਗੇ, ਲੇਕਿਨ ਬਾਅਦ 'ਚੋਂ। ਪਹਿਲਾਂ ਆਓ ਇਸ ਘਟਨਾ ਬਾਰੇ ਤੁਹਾਨੂੰ ਹੋਰ ਜਾਣਕਾਰੀ ਦਈਏ। ਜੀ ਹਾਂ, ਔਰ ਜਿਹੜੇ 4 ਫੈਮਿਲੀ ਮੈਂਬਰਸ ਹੈ, ਉਸ ਦੇ ਵਿੱਚ ਇੱਕ ਤੇ 74 ਸਾਲ ਦੀ ਔਰਤ ਹੈ, ਇੱਕ 44 ਸਾਲ ਦੀ ਔਰਤ ਹੈ, ਇੱਕ 46 ਸਾਲ ਦਾ ਆਦਮੀ ਹੈ, 15 ਸਾਲ ਦੀ ਇੱਕ ਬੱਚੀ ਹੈ ਔਰ ਇੱਕ ਬੱਚੀ 9 ਸਾਲ ਦੀ ਹੈ। ਸਾਰੇ ਜੀਆਂ ਦੀ ਜਿਹੜੀ ਹੈ ਮੌਤ ਹੋ ਗਈ ਹੈ। ਸਿਰਫ ਇੱਕ 9 ਸਾਲ ਦੀ ਬੱਚੀ ਬਚੀ ਹੈ, ਜਿਹੜੀ ਕਿ ਲੜਕਾ ਹੈ ਜੀ, 9 ਸਾਲ ਦਾ ਜਿਹੜਾ ਬੱਚਾ ਇਹ ਬੱਚਾ ਹੈ, ਜਿਹੜਾ ਕਿ ਇਸ ਵੇਲੇ ਹਸਪੀਟਲ ਦੇ ਵਿੱਚ ਹੈ ਔਰ ਬੜੀ ਸੀਰੀਅਸ ਇੰਜਰੀਜ਼ ਹੈਗੀਆਂ ਇਸ ਨੂੰ। ਔਰ ਪੁਲਿਸ ਨੇ ਉਹਨੂੰ ਪਤਾ ਚੱਲ ਗਿਆ ਹੈ ਕਿ ਇਹ ਇੱਕ ਰੈੱਡ ਲਾਈਟ ਤੇ ਖੜੇ ਸੀਗੇ। ਕੱਲ ਰਾਤ 8:30 ਵਜੇ ਦੀ ਘਟਨਾ ਹੈਗੀ ਹੈ। ਰੈੱਡ ਲਾਈਟ ਤੇ ਖੜੇ ਕ੍ਰਾਸ ਕਰਨ ਦੀ ਸ਼ਾਇਦ ਵੇਟ ਕਰਦੇ ਸੀਗੇ, ਤੇ ਪਿੱਛੋਂ ਦੀ ਇੱਕ ਬਲੈਕ ਟਰੱਕ ਆਇਆ ਔਰ ਬਿਲਕੁਲ ਹਾਈ ਸਪੀਡ ਤੇ ਪੂਰੇ ਪਰਿਵਾਰ ਨੂੰ ਇਸ ਟਰੱਕ ਨੇ ਜਿਹੜਾ ਹੈ ਪਿੱਛੋਂ ਦੀ ਜਾ ਕੇ ਹਿੱਟ ਕੀਤਾ। ਔਰ ਇਹ 4 ਜਾਣੇ ਤੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਹੈ। ਜਿਹੜਾ 5ਵਾਂ ਜਿਹੜਾ ਹੈ ਬੱਚਾ ਹੈ, ਬੜੀ ਛੋਟੀ ਜਿਹੀ ਉਮਰ ਹੈ, 9 ਸਾਲ ਦਾ ਬੱਚਾ। ਔਰ ਜਿਹੜੀ ਦੂਸਰੇ ਬੱਚੇ ਦੀ ਵੀ ਮੌਤ ਹੋਈ ਹੈ, 15 ਸਾਲ ਦੀ ਲੜਕੀ ਸੀਗੀ ਜਿਸ ਦੀ ਮੌਤ ਹੋਈ ਹੈ। ਤੇ ਕਿੰਨਾ ਕੁ ਇਸ ਬੰਦੇ ਦਾ ਜਿਹੜਾ ਦਿਲ ਕਿਸ ਤਰ੍ਹਾਂ ਕੀਤਾ ਹੋਏਗਾ ਕਿ ਇਸ ਤਰ੍ਹਾਂ ਦਾ ਜਿਹੜਾ ਕੋਈ ਕਾਰਾ ਕਰ ਸਕੇ। ਔਰ ਲੋਕਾਂ ਦੇ ਵਿੱਚ ਅਫਕੋਰਸ ਇੱਕ ਗੱਲ ਦਾ ਡਰ ਵੀ ਹੈ, ਪਰ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਘਟਨਾਵਾਂ ਕਰਦੇ, ਸਿਰਫ 19 ਸਾਲ ਦਾ ਜਿਹੜਾ ਲੜਕਾ ਹੈ, ਤਾਂ ਉਸਨੂੰ ਕੀ ਇਸ ਗੱਲ ਦੀ ਇੰਨੀ ਕੀ ਹੇਟ ਹੋ ਗਈ ਕਿ ਜਿਹੜਾ ਇਸ ਤਰ੍ਹਾਂ ਦਾ ਉਸਨੇ ਅਟੈਕ ਕੀਤਾ ਹੈ। ਬੜੀ ਦੁਖਦਾਈ ਜਿਹੜੀ ਖਬਰ ਹੈਗੀ ਹੈ। ਔਰ ਮੈਂ ਕਿਹਾ ਸਾਡੇ ਪ੍ਰਾਈਮ ਮਿਨਿਸਟਰ ਵਗੈਰਾ ਨੇ, ਸਾਡੇ ਪ੍ਰੀਮੀਅਰ ਵਗੈਰਾ ਨੇ ਵੀ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਜੀ ਹਾਂ, ਔਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈ ਹੇਟ ਕ੍ਰਾਈਮ ਜਿਹੜਾ ਹੈ ਇਸ ਦੇਸ਼ ਦੇ ਵਿੱਚ ਅਲਾਉ ਨਹੀਂ ਕਰਦੇ, ਚਾਹੇ ਕਿ ਉਹ ਆਨਲਾਈਨ ਥ੍ਰੈਟ ਵੀ ਹੋਏ। ਨਾ ਅਸੀਂ ਆਨਲਾਈਨ ਅਲਾਉ ਕਰਦੇ ਹਾਂ, ਨਾ ਹੀ ਅਸੀਂ ਆਫਲਾਈਨ ਇਸ ਗੱਲ ਨੂੰ ਜਿਹੜਾ ਅਲਾਉ ਕਰਦੇ ਹਾਂ। ਇਹ ਇੱਕ ਤਰ੍ਹਾਂ ਦਾ ਟੈਰਰਿਸਟ ਅਟੈਕ ਵਰਗਾ ਹੀ ਇਹ ਹੇਟ ਕ੍ਰਾਈਮ ਹੈਗਾ, ਔਰ ਅਸੀਂ ਇਸ ਗੱਲ ਨੂੰ ਬਿਲਕੁਲ ਜਿਹੜਾ ਹੈ ਐਕਸੈਪਟ ਨਹੀਂ ਕਰਦੇ। ਔਰ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਹੈ ਅਸੀਂ
ਫੰਡ ਜਿਹੜੇ ਹੈ ਇਨੀਸ਼ੀਏਟਿਵਸ ਕਰਾਂਗੇ, ਜਿਸ ਦੇ ਨਾਲ ਕਿ ਕਾਫੀ ਸਾਰਾ ਇਨਫਰਾਸਟ੍ਰਕਚਰ ਪ੍ਰੋਗਰਾਮ ਜਿਹੜਾ ਤਿਆਰ ਕੀਤਾ ਜਾਏਗਾ ਸਿਕਿਉਰਿਟੀ ਵਾਸਤੇ, ਤਾਂ ਕਿ ਇਸ ਤਰ੍ਹਾਂ ਜਿਹੜੀ ਕਮਿਊਨਿਟੀਜ਼ ਹੈਗੀਆਂ ਜਿਹੜੇ ਰਿਸਕ ਤੇ ਹੈਗੀਆਂ, ਉਹਨਾਂ ਦੇ ਸਕੂਲਸ ਨੇ, ਉਹਨਾਂ ਦੇ ਪਲੇਸਿਸ ਆਫ ਵਰਸ਼ਿਪ ਨੇ, ਉਹਨਾਂ ਨੂੰ ਅਸੀਂ ਜਿਹੜਾ ਹੈ ਪ੍ਰੋਟੈਕਟ ਕਰ ਸਕੀਏ। ਔਰ ਅਸੀਂ ਬਿਲਕੁਲ ਲੜਦੇ ਰਵਾਂਗੇ ਹੇਟ ਦੇ ਨਾਲ, ਔਰ ਭਾਵੇਂ ਕਿ ਆਨਲਾਈਨ ਜਾਂ ਆਫਲਾਈਨ ਹੋਵੇ, ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਬਰਦਾਸ਼ਤ ਬਿਲਕੁਲ ਨਹੀਂ ਕਰਾਂਗੇ। ਔਰ ਤੁਹਾਨੂੰ ਚੇਤਾ ਹੋਏਗਾ ਕੁਝ ਸਾਲ ਪਹਿਲਾਂ ਕਿਊਬੈਕ ਦੇ ਵਿੱਚ ਵੀ ਇੱਕ ਮਸਜਿਦ ਦੇ ਵਿੱਚ ਇੱਕ ਹਮਲਾਵਰ ਗਿਆ ਸੀ ਔਰ ਉਸਨੇ 10 ਲੋਕਾਂ ਦੀ ਜਾਨ ਲਈ ਸੀ, ਗੋਲੀਆਂ ਚਲਾਈਆਂ, ਭੁੰਨ ਕੇ ਰੱਖ ਦਿੱਤਾ, ਕਈ ਲੋਕਾਂ ਨੂੰ 10 ਦੀ ਜਾਨ ਚਲੀ ਗਈ ਸੀ। ਆਏ ਦਿਨ ਕੋਈ ਨਾ ਕੋਈ ਗਾਹੇ ਬਗਾਹੇ ਇਸ ਤਰ੍ਹਾਂ ਦੀਆਂ ਹੇਟ ਕ੍ਰਾਈਮ ਦੀਆਂ ਘਟਨਾਵਾਂ ਸਾਡੇ ਇਸ ਮੁਲਕ 'ਚ ਵੀ ਸੁਣਨ ਨੂੰ ਮਿਲਦੀਆਂ ਔਰ ਬੜੀ ਹੈਰਾਨਗੀ ਹੁੰਦੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਕੈਨੇਡਾ ਵਰਗਾ ਸ਼ਾਂਤੀ ਪਸੰਦ ਮੁਲਕ, ਬੜੇ ਅਮਨ ਚੈਨ ਨਾਲ ਲੋਕ ਇੱਥੇ ਰਹਿਣਾ ਚਾਹੁੰਦੇ ਆ, ਰਹਿੰਦੇ ਆ, ਪਰ ਫਿਰ ਵੀ ਅਚਾਨਕ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰੇ ਤੇ ਸਾਰੇ ਪਾਸੇ ਲੋਕਾਂ ਨੂੰ ਚਿੰਤਾ ਹੋ ਜਾਂਦੀ ਹੈ। ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਅੰਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਨੇ ਵੀ ਇੱਕ ਬੜੀ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿਖੇਧੀ ਕੀਤੀ ਹੈ ਇਸ ਘਟਨਾ ਦੀ। ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਹੈ ਕਿ ਧਰਮ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਕਿਸੇ ਤਰ੍ਹਾਂ ਦਾ ਰੰਗ ਭੇਦ, ਕੋਈ ਵਿਤਕਰਾ ਐਕਸੈਪਟੇਬਲ ਨਹੀਂ ਹੈ। ਸਾਡੇ ਪ੍ਰੀਮੀਅਰ ਡਗ ਫੋਰਡ ਨੇ ਵੀ ਕਿਹਾ ਹੈ ਕਿ ਇਹ ਜਿਹੜਾ ਇਸਲਾਮੋਫੋਬੀਆ ਹੈ ਇਸ ਦੀ ਕੋਈ ਥਾਂ ਨਹੀਂ ਅੰਟਾਰੀਓ ਦੇ ਵਿੱਚ। ਤਾਂ ਲੰਡਨ ਦੇ ਵਿੱਚ ਇਹ ਘਟਨਾ ਪਰਸੋਂ ਰਾਤ ਨੂੰ ਵਾਪਰੀ ਸੀ। ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪ੍ਰਵਾਸੀ ਪਲੱਸ ਦੇ ਨਾਲ। ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर फ्री कंसल्टेशन at 9053620202। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। रियल एस्टेट की बात करें, नाम एक ही याद करें। वाजिद मलिक, वाजिद मलिक। आईसेल सर्विस देते हैं, सबकी दुआएं लेते हैं। वाजिद मलिक के पास आइए, जन्नत जैसा घर पाइए। वाजिद मलिक, वाजिद मलिक। पल पल खुशियां बांटते, आजो आजो बुकिंग करा दो। फोन नंबर 4168273333 और wajidmalik.com। ट्रस्ट ही सब कुछ है आपका वाजिद मलिक। ਜੀਤੇ ਯਾਰ, ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ। ਹੁਣ ਤੁਹਾਨੂੰ ਚੰਡੀਗੜ੍ਹ ਪ੍ਰਵਾਸੀ ਆਫਿਸ ਲੈ ਕੇ ਚੱਲਦੇ ਹਾਂ, ਉੱਥੋਂ ਤੁਹਾਨੂੰ ਸੁਣਾ ਰਹੇ ਹਾਂ ਅਸੀਂ ਖਬਰਾਂ। ਲੇਕਿਨ ਇੱਕ ਸੰਦੇਸ਼ ਜ਼ਰੂਰ ਤੁਹਾਨੂੰ ਦੇ ਦਈਏ ਉਸ ਤੋਂ ਪਹਿਲਾਂ। ਲਖਵਿੰਦਰ ਮੁਲਤਾਨੀ ਹੋਰਾਂ ਦਾ ਸੁਨੇਹਾ ਤੁਹਾਡੇ ਵਾਸਤੇ ਹੈ ਕਿ ਨਿਆਗਰਾ ਫਾਲ ਦੇ ਵਿੱਚ ਇਹਨਾਂ ਕੋਲ 4 ਬੈੱਡਰੂਮ ਦਾ ਇੱਕ ਘਰ ਹੈ, 2 ਬੈੱਡਰੂਮ ਦੀ ਬੇਸਮੈਂਟ ਫਿਨਿਸ਼ਡ ਹੈ। ਇਹ ਤੁਸੀਂ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਸਟੋਨੀ ਕ੍ਰੀਕ ਦੇ ਇਲਾਕੇ ਦੇ ਵਿੱਚ 4 ਬੈੱਡਰੂਮ ਦਾ ਘਰ, ਇਹਦੀ ਬੇਸਮੈਂਟ ਫਿਨਿਸ਼ ਨਹੀਂ ਹੈ। ਸਟੋਨੀ ਕ੍ਰੀਕ ਦੇ ਵਿੱਚ ਹੀ ਸਿਟੀ ਹਾਲ ਦੇ ਬਿਲਕੁਲ ਨੇੜੇ ਇਹਨਾਂ ਕੋਲ ਇੱਕ ਲੋਟ ਵੀ ਹੈ 100 ਬਾਈ 200 ਸਕੁਅਰ ਫੁੱਟ ਦਾ, ਤੇ ਇਹਦੇ ਵਾਸਤੇ ਵੀ ਜਾਣਕਾਰੀ ਲੈ ਲਓ। 2894074422 299407442। ਔਰ ਭੁਪਿੰਦਰ ਗਰੇਵਾਲ ਦਾ ਨੰਬਰ ਦੇ ਦਈਏ ਜੇ ਫਿਰ ਮੌਰਗੇਜ ਲੈਣੀ ਹੋਏਗੀ, ਤੇ ਇਹ ਮੌਰਗੇਜ ਸੈਂਟਰ ਨਾਲ ਕੰਮ ਕਰਦੇ ਆ ਲੰਬੇ ਸਮੇਂ ਤੋਂ। 5 ਤੋਂ 10% ਡਾਊਨ ਦਿਓ, ਮੌਰਗੇਜ ਦਾ ਇੰਤਜ਼ਾਮ ਕਰ ਦੇਣਗੇ। ਫਸਟ ਟਾਈਮ ਹੋਮ ਬਾਇਰ ਹੋ, ਇਹਨਾਂ ਕੋਲੋਂ ਮਿਲਣਗੇ ਬਹੁਤ ਸਾਰੇ ਤੁਹਾਨੂੰ ਬੈਨੀਫਿਟਸ। ਤੇ ਨਾਲ ਦੀ ਨਾਲ ਹੀ ਮੈਂ ਕੱਲ ਹੋਰ ਦੱਸ ਦੇਵਾਂ ਕਿ ਤੁਹਾਨੂੰ $1-2 ਲੱਖ ਦੀ ਲੋੜ ਖੜੇ ਪੈਰ ਤੁਰੰਤ ਪੈ ਗਈ, ਕਿਤੇ ਇੰਤਜ਼ਾਮ ਨਹੀਂ ਹੋ ਰਿਹਾ, ਇਹ ਕਰ ਦੇਣਗੇ। $1 ਮਿਲੀਅਨ $2 ਮਿਲੀਅਨ ਤੱਕ ਦੀ ਰਕਮ ਦਾ ਵੀ ਇੰਤਜ਼ਾਮ ਕਰਵਾਉਣਾ ਚਾਹੁੰਦੇ ਹੋ, ਭੁਪਿੰਦਰ ਗਰੇਵਾਲ ਕੋਲ ਪ੍ਰਾਈਵੇਟ ਫੰਡਸ ਆਲਵੇਜ਼ ਅਵੇਲੇਬਲ ਹੈ। ਕਾਲ ਕਰੋ 6478669900
05 647 9905। ਔਰ ਇੱਕ ਚੰਗੀ ਖਬਰ ਜਿਹੜੇ ਹੈ ਬਾਰਡਰਸ ਕਲੋਜ਼ ਹੋਏ ਹੈ ਕਾਫੀ ਦੇਰ ਤੋਂ ਕੈਨੇਡਾ ਔਰ ਅਮਰੀਕਾ ਦੇ, ਉਹ ਸ਼ਾਇਦ ਹੁਣ ਥੋੜੇ ਜਿਹੇ ਉਹ ਖੁੱਲਣ ਜਾ ਰਹੇ ਨੇ ਔਰ ਲੱਗਦਾ ਹੈ ਕਿ 22 ਜੂਨ ਨੂੰ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਇਹ ਲੂਜ਼ ਕੀਤੀਆਂ ਜਾਣਗੀਆਂ ਯੂਐਸ ਬਾਰਡਰ ਦੇ ਉੱਪਰ। ਔਰ ਆਲਰੇਡੀ ਇਹ ਮਾਰਚ 2020 ਤੋਂ ਅਸੈਂਸ਼ੀਅਲ ਜਿਹੜੇ ਹੈ ਸਰਵਿਸ ਵਾਸਤੇ ਹੀ ਬਾਰਡਰ ਖੁੱਲੇ ਸੀਗੇ, ਨਾਨ ਅਸੈਂਸ਼ੀਅਲ ਟਰੈਵਲ ਜਿਹੜਾ ਬੰਦ ਕੀਤਾ ਗਿਆ ਸੀਗਾ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ 22 ਜੂਨ ਤੋਂ ਇਹ ਜਿਹੜੇ ਬਾਰਡਰਸ ਇੱਥੇ ਰੈਸਟ੍ਰਿਕਸ਼ਨ ਥੋੜ੍ਹੀਆਂ ਲੂਜ਼ ਕੀਤੀਆਂ ਜਾਣ। ਔਰ ਦੋਨੋਂ ਜਿਹੜੇ ਬਾਰਡਰ ਏਰੀਆਜ਼ ਦੇ ਜਿਹੜੇ ਮੇਅਰਸ ਹੈਗੇ ਨੇ ਉਹ ਔਰ ਇਸ ਦੇ ਨਾਲ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ, ਉਹਨਾਂ ਦੀ ਇੱਕ ਵਰਚੁਅਲ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਗੱਲ ਕੀਤੀ ਗਈ ਹੈ। ਔਰ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜੇ ਰਿਸਟ੍ਰਿਕਸ਼ਨਸ ਹੈਗੀਆਂ ਉਹ ਥੋੜੇ ਜਿਹੇ ਦੂਸਰੇ ਤਰ੍ਹਾਂ ਨਾਲ ਲਗਾਈਆਂ ਜਾਣਗੀਆਂ। ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਜਿਸ ਹਿਸਾਬ ਨਾਲ ਇੰਜੈਕਸ਼ਨਸ ਲੱਗ ਰਹੇ ਨੇ, ਵੈਕਸੀਨੇਸ਼ਨ ਜਿਹੜੀਆਂ ਹੋ ਰਹੀਆਂ ਨੇ, ਜੇ ਉਸ ਹਿਸਾਬ ਨਾਲ ਹੁੰਦੀਆਂ ਰਹਿਣਗੀਆਂ ਤੇ ਫਿਰ 22 ਜੂਨ ਨੂੰ ਬਾਰਡਰ ਜਿਹੜੇ ਨੇ ਖੋਲੇ ਜਾ ਸਕਦੇ ਨੇ। ਪਰ ਫਿਰ ਵੱਖਰੇ ਜਿਹੜੇ ਰੂਲਸ ਹੋਣਗੇ ਕਿ ਜਿਨ੍ਹਾਂ ਲੋਕਾਂ ਦੇ ਦੋਨੋਂ ਇੰਜੈਕਸ਼ਨਸ ਲੱਗ ਚੁੱਕੇ ਨੇ ਉਹਨਾਂ ਵਾਸਤੇ ਡਿਫਰੈਂਟ ਰੈਸਟ੍ਰਿਕਸ਼ਨਸ ਹੋਣਗੀਆਂ ਔਰ ਜਿਨ੍ਹਾਂ ਦੇ ਹਜੇ ਇੱਕੋ ਇੰਜੈਕਸ਼ਨ ਲੱਗਿਆ ਉਹਨਾਂ ਵਾਸਤੇ ਜਿਹੜੀਆਂ ਹੈ ਡਿਫਰੈਂਟ ਰੈਸਟ੍ਰਿਕਸ਼ਨਸ ਹੋਣਗੀਆਂ। ਔਰ ਹੁਣ ਤੁਹਾਨੂੰ ਅਸੀਂ ਲੈ ਚੱਲ ਰਹੇ ਹਾਂ ਚੰਡੀਗੜ੍ਹ ਪ੍ਰਵਾਸੀ ਆਫਿਸ। काम में हो गए अब भी ਜੀਤੇ ਯਾਰ ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ, ਜਿੱਥੇ ਸਰਟੀਫਾਈਡ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਮਕੈਨਿਕਾਂ ਦੀ ਟੀਮ ਤੁਹਾਡੇ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ, ਆਇਲ ਤੇ ਫਿਲਟਰ ਚੇਂਜ, ਡਾਇਗਨੋਸਟਿਕ, ਇਲੈਕਟ੍ਰਿਕ ਡਾਇਗਨੋਜ਼, ਇੰਜਨ ਅਤੇ ਟਰਾਂਸਮਿਸ਼ਨ ਦੀ ਰੀਬਿਲਡ ਕਰਦੀ ਏ। ਹਰ ਮੇਕ ਅਤੇ ਮਾਡਲ ਦੇ ਟਰੱਕਾਂ ਦੀ ਰਿਪੇਅਰ ਲਈ ਪਹੁੰਚੋ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਜਾਂ ਕਾਲ ਕਰੋ 905 564 0000। ਸਤਿ ਸ਼੍ਰੀ ਅਕਾਲ, ਮੈਂ ਹਾਂ ਜੋਤੀ ਜੱਸਲ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਮੁੱਖ ਖਬਰਾਂ ਦੇ ਨਾਲ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਦਿੱਲੀ ਤੋਂ ਐਮਐਲਏ ਜਰਨੈਲ ਸਿੰਘ ਨੇ ਕਿਹਾ, ਕੈਪਟਨ ਸਰਕਾਰ ਨੇ ਆਪਣੀ ਨਜ਼ਦੀਕੀ ਕੰਪਨੀ ਗ੍ਰੈਂਡਵੇ ਇਨਕਾਰਪੋਰੇਟਡ ਨੂੰ ਦਿੱਤਾ ਕੋਵਿਡ ਫਤਿਹ ਕਿਰਤ ਦਾ ਠੇਕਾ, ਜਿਸ ਕੋਲ ਨਹੀਂ ਹੈ ਕੋਈ ਮੈਡੀਕਲ ਲਾਇਸੈਂਸ। ਹੁਣ ਰਾਮਦੇਵ ਨੂੰ ਕਿਸਾਨਾਂ, ਡਾਕਟਰਾਂ ਤੇ ਆਮ ਲੋਕਾਂ ਨੇ ਪਾਇਆ ਵਕਤ, ਗੱਡੀ 'ਚੋਂ ਉਤਰਨ ਲਈ ਵੀ ਤਰਸ ਗਿਆ ਰਾਮਦੇਵ। ਵਿਦੇਸ਼ ਜਾਣ ਵਾਲੇ 28 ਦਿਨਾਂ ਬਾਅਦ ਲਗਵਾ ਸਕਣਗੇ ਵੈਕਸੀਨ ਦੀ ਦੂਜੀ ਡੋਜ਼, ਵੈਕਸੀਨੇਸ਼ਨ ਸਰਟੀਫਿਕੇਟ ਤੇ ਪਾਸਪੋਰਟ ਨੰਬਰ ਦਾ ਜ਼ਿਕਰ ਜ਼ਰੂਰੀ। ਹੁਣ ਟਵਿੱਟਰ ਨੇ ਪੰਜਾਬੀ ਗਾਇਕ ਜੈਜੀ ਬੀ ਦਾ ਅਕਾਊਂਟ ਕੀਤਾ ਬੰਦ। ਜੈਜੀ ਬੀ ਨੇ ਕਿਹਾ, ਮੈਂ ਲੋਕ ਹੱਕਾਂ ਦੀ ਆਵਾਜ਼ ਹਮੇਸ਼ਾ ਚੁੱਕਦਾ ਰਹਾਂਗਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਚੰਡੀਗੜ੍ਹ ਵਿਖੇ ਪ੍ਰੈਸ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਐਮਐਲਏ ਜਰਨੈਲ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸਕੂਲ ਕਾਰਗੁਜ਼ਾਰੀ ਸੁਧਾਰ ਦੀ ਸੂਚੀ ਵਿੱਚ ਜਿਹੜਾ A ਗ੍ਰੇਡ ਪੰਜਾਬ ਨੂੰ ਦਿੱਤਾ ਹੈ ਉਹ ਮਹਿਜ ਇੱਕ ਸਿਆਸੀ ਰਿਪੋਰਟ ਹੈ। ਉਹਨਾਂ ਕਿਹਾ ਕਿ ਸੈਂਟਰ ਸਰਕਾਰ ਨੂੰ ਸਭ ਤੋਂ ਵੱਧ ਖਤਰਾ ਆਮ ਆਦਮੀ ਪਾਰਟੀ ਤੋਂ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਕੱਲ੍ਹ ਸੈਂਟਰ ਸਰਕਾਰ ਦਾ ਪਿਆਦਾ ਬਣਿਆ ਹੋਇਆ ਹੈ। ਇਸੇ ਦੇ ਤਹਿਤ ਪੰਜਾਬ ਨੂੰ ਇਹ ਫਾਇਦਾ ਪਹੁੰਚਾਇਆ ਗਿਆ ਹੈ। ਕੇਂਦਰ ਸਰਕਾਰ ਤੋਂ ਵੀ ਸਭ ਤੋਂ ਜ਼ਿਆਦਾ ਜੋ ਖਤਰਾ ਆਮ ਆਦਮੀ ਪਾਰਟੀ ਨਾਲ ਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਅੱਜ ਕੱਲ੍ਹ ਉਹਨਾਂ ਦੇ ਪਿਆਦੇ ਬਣੇ ਹੋਏ ਨੇ। ਹੋ ਸਕਦਾ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਫਾਇਦਾ ਪਹੁੰਚਾਉਣ ਦੀ ਇੰਟੈਂਸ਼ਨ ਕੇਂਦਰ ਸਰਕਾਰ ਦੀ ਹੋਵੇ। ਉਹਨਾਂ ਨੇ ਮੀਡੀਆ ਨੂੰ ਇਹ ਵੀ ਕਿਹਾ ਕਿ ਤੁਸੀਂ 10 ਸਕੂਲ ਪੰਜਾਬ ਦੇ ਦੇਖ ਲਓ ਤੇ 10 ਸਕੂਲ ਦਿੱਲੀ ਦੇ, ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਬਿਲਕੁਲ ਸਿਆਸੀ ਰਿਪੋਰਟ ਹੈ, ਕੋਈ ਇਹਦੇ 'ਚ ਸ਼ੱਕ ਸ਼ੁਬਾ ਨਹੀਂ ਹੈਗਾ ਕਿ ਮੈਂ ਤੇ ਫਿਰ ਚੈਲੰਜ ਕਰ ਰਿਹਾ, ਜਿਹੜਾ ਮਰਜ਼ੀ ਪੱਤਰਕਾਰ, ਜਿਹੜਾ ਮਰਜ਼ੀ ਚੈਨਲ 10 ਸਕੂਲ ਸਾਡੇ ਨਾਲ ਦਿੱਲੀ ਸਰਕਾਰ ਦੇ ਵਿਜ਼ਿਟ ਕਰ ਲੈ ਤੇ 10 ਪੰਜਾਬ ਸਰਕਾਰ ਦੇ ਵਿਜ਼ਿਟ ਕਰਾ ਲੈ, ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਬਾਬਾ ਰਾਮਦੇਵ ਨੇ ਐਲੋਪੈਥੀ ਤੇ ਕੋਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਖਿਲਾਫ ਮੰਦੀ ਸ਼ਬਦਾਵਲੀ ਵਰਤ ਕੇ ਆਪਣੇ ਗਲ ਪੁੱਠਾ ਸਿਆਪਾ ਪਾ ਲਿਆ। ਹਰਿਆਣਾ ਦੇ ਭਿਵਾਨੀ 'ਚ ਪਹੁੰਚਣ ਤੇ ਰਾਮਦੇਵ ਦਾ ਕਿਸਾਨ ਜਥੇਬੰਦੀਆਂ, ਆਮ ਲੋਕਾਂ ਤੇ IMA ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਰਾਮਦੇਵ ਨੂੰ ਵਿਰੋਧ ਦੇ ਚੱਲਦਿਆਂ ਗੱਡੀ 'ਚੋਂ ਉਤਰਨ ਲਈ ਵੀ ਤਰਸਣਾ ਪਿਆ। ਲੋਕਾਂ ਨੇ ਢੋਂਗੀ ਬਾਬਾ ਦੇ ਨਾਅਰੇ ਲਾ ਕੇ ਰਾਮਦੇਵ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਰਾਮਦੇਵ ਲਈ ਆਉਣ ਵਾਲੇ ਸਮੇਂ 'ਚ ਸਫ਼ਰ ਕਰਨਾ ਹੋਰ ਵੀ ਔਖਾ ਹੋ ਸਕਦਾ ਹੈ। ਭਾਰਤ ਸਰਕਾਰ ਨੇ ਪੜ੍ਹਾਈ, ਨੌਕਰੀ ਅਤੇ ਖੇਡਾਂ ਲਈ ਵਿਦੇਸ਼ ਜਾਣ ਵਾਲਿਆਂ ਲਈ ਕੋਰੋਨਾ ਰੋਕੂ ਵੈਕਸੀਨ ਕੋਵਿਸ਼ੀਲਡ ਦੀ ਦੂਜੀ ਡੋਜ਼ ਲਈ ਨਿਯਮਾਂ ਵਿੱਚ ਕੁਝ ਬਦਲਾਅ ਕੀਤਾ ਹੈ। ਅਜਿਹੇ ਵਿਅਕਤੀ ਹੁਣ 28 ਦਿਨਾਂ ਦੇ ਅੰਤਰ ਨਾਲ
ਦੂਜੀ ਡੋਜ਼ ਲਗਵਾ ਸਕਦੇ ਨੇ। ਹਾਲਾਂਕਿ ਆਮ ਲੋਕਾਂ ਲਈ ਦੂਜੀ ਡੋਜ਼ ਵਿਚਲਾ ਅੰਤਰ 84 ਦਿਨ ਹੀ ਰਹੇਗਾ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਦੇਸ਼ ਯਾਤਰਾ ਦੇ ਲਈ ਸਿਰਫ ਕੋਵਿਸ਼ੀਲਡ ਵੈਕਸੀਨ ਲੈਣ ਵਾਲਿਆਂ ਨੂੰ ਹੀ ਵੈਕਸੀਨੇਸ਼ਨ ਪ੍ਰਮਾਣ ਪੱਤਰ ਦਿੱਤਾ ਜਾਏਗਾ। ਵੈਕਸੀਨੇਸ਼ਨ ਪ੍ਰਮਾਣ ਪੱਤਰ ਉੱਤੇ ਪਾਸਪੋਰਟ ਨੰਬਰ ਦਾ ਜ਼ਿਕਰ ਵੀ ਜ਼ਰੂਰੀ ਹੋਏਗਾ। ਇਹ ਸਹੂਲਤ ਉਹਨਾਂ ਵਿਅਕਤੀਆਂ ਲਈ ਹੈ ਜੋ 31 ਅਗਸਤ ਤੋਂ ਪਹਿਲਾਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ ਹੈ ਕਿ ਪੰਜਾਬ ਤੋਂ ਪੜ੍ਹਾਈ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਵੈਕਸੀਨੇਸ਼ਨ ਪ੍ਰਕਿਰਿਆ ਵਿੱਚ ਪਹਿਲ ਦਿੱਤੀ ਜਾਏਗੀ। ਧਿਆਨ ਰਹੇ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਵੈਕਸੀਨ ਘੁਟਾਲੇ ਨੂੰ ਲੈ ਕੇ ਸਵਾਲਾਂ 'ਚ ਘਿਰ ਚੁੱਕੀ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਟਵਿੱਟਰ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਦਾ ਅਕਾਊਂਟ ਬੰਦ ਕਰਨਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਫਿਰ ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਕੋਈ ਪ੍ਰਸਿੱਧ ਹਸਤੀ। ਹੁਣ ਟਵਿੱਟਰ ਵੱਲੋਂ ਪੰਜਾਬੀ ਦੇ ਉੱਘੇ ਕਲਾਕਾਰ ਤੇ ਗਾਇਕ ਜੈਜੀ ਬੀ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਜੈਜੀ ਬੀ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਿਖਿਆ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਅਤੇ ਜੂਨ 84 ਬਾਰੇ ਬੋਲਣ ਬਦਲੇ ਉਹਨਾਂ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ ਹੈ। ਪੰਜਾਬੀ ਗਾਇਕ ਜੈਜੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਆਖਿਆ ਕਿ ਮੈਂ ਟਵਿੱਟਰ ਅਕਾਊਂਟ ਬੰਦ ਹੋਣ ਤੋਂ ਬਾਅਦ ਡਰਨ ਵਾਲਾ ਨਹੀਂ ਹਾਂ। ਮੈਂ ਅੱਗੇ ਤੋਂ ਵੀ ਲੋਕ ਹੱਕਾਂ ਦੀ ਆਵਾਜ਼ ਹਮੇਸ਼ਾ ਚੁੱਕਦਾ ਰਹਾਂਗਾ। ਜੈਜੀ ਬੀ ਦਾ ਅਕਾਊਂਟ ਬਿਨਾਂ ਕਿਸੇ ਵਾਰਨਿੰਗ ਤੋਂ ਇੱਕਦਮ ਬੰਦ ਕੀਤਾ ਗਿਆ ਹੈ। ਜੈਜੀ ਬੀ ਟਵਿੱਟਰ ਦੇ ਇੱਕ ਐਕਟਿਵ ਯੂਜ਼ਰ ਨੇ। ਟਵਿੱਟਰ ਤੋਂ ਜਦੋਂ ਅਕਾਊਂਟ ਬੰਦ ਕਰਨ ਸੰਬੰਧੀ ਪੁੱਛਿਆ ਗਿਆ ਤਾਂ ਟਵਿੱਟਰ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ। ਜੈਜੀ ਬੀ ਨੂੰ ਚਾਹੁਣ ਵਾਲੇ ਅਤੇ ਜੈਜੀ ਬੀ ਦੇ ਸਰੋਤੇ ਵੀ ਇਸ ਅਚਨਚੇਤ ਬਲਾਕਿੰਗ ਕਾਰਨ ਟਵਿੱਟਰ ਦਾ ਲਗਾਤਾਰ ਵਿਰੋਧ ਕਰ ਰਹੇ ਨੇ। ਮਿਲਖਾ ਸਿੰਘ ਦੀ ਸਿਹਤ ਵਿੱਚ ਤੇਜ਼ੀ ਨਾਲ ਹੋ ਰਿਹਾ ਸੁਧਾਰ, ਸਾਰੀਆਂ ਮੈਡੀਕਲ ਰਿਪੋਰਟਾਂ ਨਾਰਮਲ, ਪਤਨੀ ਦੀ ਸਿਹਤ ਵੀ ਪਹਿਲਾਂ ਨਾਲੋਂ ਬਿਹਤਰ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ। ਕੇਂਦਰ ਸਰਕਾਰ ਵੱਲੋਂ ਜਾਰੀ ਕਾਰਗੁਜ਼ਾਰੀ ਸੁਧਾਰਾਂ ਦੀ ਸੂਚੀ 'ਚ ਪੰਜਾਬ ਨੂੰ ਮਿਲਿਆ ਸੀ A++ ਗ੍ਰੇਡ। ਗੁਰਦਾਸਪੁਰ ਦੀ ਜਨਤਾ ਲਈ ਸਨੀ ਦਿਓਲ ਦੇ ਦਰਸ਼ਨ ਹੋਏ ਮਹਿੰਗੇ। ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸਨੀ ਦਿਓਲ ਦੇ ਗੁੰਮਸ਼ੁਦਗੀ ਪੋਸਟਰ ਫੜ ਕੇ ਕੀਤਾ ਰੋਸ ਮਾਰਚ। ਪਟਿਆਲਾ 'ਚ ਬੇਰੁਜ਼ਗਾਰਾਂ ਤੇ ਪੁਲਿਸ ਨੇ ਕੀਤਾ ਲਾਠੀ ਚਾਰਜ। ਰੁਜ਼ਗਾਰ ਦੀ ਮੰਗ ਲੈ ਕੇ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਸਨ ਬੇਰੁਜ਼ਗਾਰ। ਹਨੀਪ੍ਰੀਤ ਹਸਪਤਾਲ 'ਚ ਨਹੀਂ ਬਣੇਗੀ ਡੇਰਾ ਮੁਖੀ ਰਾਮ ਰਹੀਮ ਦੀ ਅਟੈਂਡੈਂਟ। ਮੈਦਾਂਤਾ ਹਸਪਤਾਲ ਨੇ ਹਨੀਪ੍ਰੀਤ ਦਾ ਕਾਰਡ ਕੀਤਾ ਰੱਦ। ਆਗਰਾ ਦੇ ਹਸਪਤਾਲ 'ਚ ਹੋਈਆਂ 22 ਮੌਤਾਂ ਦੇ ਮਾਮਲੇ 'ਚ ਕਰੀ ਸਰਕਾਰ। ਰਾਹੁਲ ਗਾਂਧੀ ਬੋਲੇ ਭਾਜਪਾ ਸਰਕਾਰ 'ਚ ਆਕਸੀਜਨ ਤੇ ਮਾਨਵਤਾ ਦੋਵਾਂ ਦੀ ਕਮੀ। ਇੱਕ ਵਾਰ ਮੁੜ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਦਿੱਲੀ ਤੋਂ ਐਮਐਲਏ ਜਰਨੈਲ ਸਿੰਘ ਨੇ ਕਿਹਾ ਕੈਪਟਨ ਸਰਕਾਰ ਨੇ ਆਪਣੀ ਨਜ਼ਦੀਕੀ ਕੰਪਨੀ ਗ੍ਰੈਂਡਵੇ ਇਨਕਾਰਪੋਰੇਟਡ ਨੂੰ ਦਿੱਤਾ ਕੋਵਿਡ ਫਤਿਹ ਕਿਰਤ ਦਾ ਠੇਕਾ, ਜਿਸ ਕੋਲ ਨਹੀਂ ਹੈ ਕੋਈ ਮੈਡੀਕਲ ਲਾਇਸੈਂਸ। ਹੁਣ ਰਾਮਦੇਵ ਨੂੰ ਕਿਸਾਨਾਂ, ਡਾਕਟਰਾਂ ਤੇ ਆਮ ਲੋਕਾਂ ਨੇ ਪਾਇਆ ਵਕਤ, ਗੱਡੀ 'ਚੋਂ ਉਤਰਨ ਲਈ ਵੀ ਤਰਸ ਗਿਆ ਰਾਮਦੇਵ। ਵਿਦੇਸ਼ ਜਾਣ ਵਾਲੇ 28 ਦਿਨਾਂ ਬਾਅਦ ਲਗਵਾ ਸਕਣਗੇ ਵੈਕਸੀਨ ਦੀ ਦੂਜੀ ਡੋਜ਼। ਵੈਕਸੀਨੇਸ਼ਨ ਸਰਟੀਫਿਕੇਟ ਤੇ ਪਾਸਪੋਰਟ ਨੰਬਰ ਦਾ ਜ਼ਿਕਰ ਜ਼ਰੂਰੀ। ਹੁਣ ਟਵਿੱਟਰ ਨੇ ਪੰਜਾਬੀ ਗਾਇਕ ਜੈਜੀ ਬੀ ਦਾ ਅਕਾਊਂਟ ਕੀਤਾ ਬੰਦ। ਜੈਜੀ ਬੀ ਨੇ ਕਿਹਾ ਮੈਂ ਲੋਕ ਹੱਕਾਂ ਦੀ ਆਵਾਜ਼ ਹਮੇਸ਼ਾ ਚੁੱਕਦਾ ਰਹਾਂਗਾ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਪ੍ਰਾਈਵੇਟ ਮੋਰਗੇਜ ਲਈ ਇੱਕੋ ਹੀ ਨਾਂ ਲੈਂਡਿੰਗ ਸਰਕਲ। ਫਸਟ ਮੋਰਗੇਜ, ਸੈਕੰਡ ਮੋਰਗੇਜ, ਹੋਮ ਇਕੁਇਟੀ ਲੋਨ ਐਂਡ ਡੈਟ ਕੰਸੋਲੀਡੇਸ਼ਨ ਲੋਨ ਵਾਸਤੇ ਲੈਂਡਿੰਗ ਸਰਕਲ ਨਾਲ ਗੱਲ ਕਰੋ। ਜੇ ਤੁਹਾਨੂੰ ਕ੍ਰੈਡਿਟ ਕਾਰਡ ਜਾਂ ਕੋਈ ਹੋਰ ਕਰਜ਼ਾ ਮੋੜਨ ਲਈ ਘਰ ਦੀ ਇਕੁਇਟੀ ਵਿੱਚੋਂ ਪੈਸੇ ਚਾਹੀਦੇ ਹੋਣ ਤੇ ਲੈਂਡਿੰਗ ਸਰਕਲ ਨਾਲ ਗੱਲ ਕਰੋ। ਜੇਕਰ ਤੁਹਾਡੀ ਮੋਰਗੇਜ ਲਾਸਟ ਮਿੰਟ ਤੇ ਰਿਫਿਊਜ਼ ਹੋ ਗਈ ਹੈ ਤੇ ਅਸੀਂ ਫਟਾਫਟ ਸ਼ਾਰਟ ਟਰਮ ਮੋਰਗੇਜ ਫਾਈਨੈਂਸਿੰਗ ਦੇ ਸਕਦੇ ਹਾਂ। ਲੈਂਡਿੰਗ ਸਰਕਲ 647 490 9734 647 490 9734। ਮਈ 28 ਤੋਂ ਜੂਨ 6 ਤੱਕ ਸ਼ੇਰਡਨ ਕਾਲਜ ਬਰੈਂਪਟਨ ਕੈਂਪਸ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾਵੇਗੀ। ਇਹ ਕਲੀਨਿਕ 12 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਹੈ ਜੋ ਪੀਐਲ ਰੀਜਨ ਵਿੱਚ ਰਹਿੰਦੇ, ਕੰਮ ਕਰਦੇ ਅਤੇ ਸਕੂਲ ਵਿੱਚ ਪੜ੍ਹਦੇ ਹਨ। ਤੁਹਾਨੂੰ ਸਿਟੀਜ਼ਨ ਜਾਂ ਪੀਆਰ ਹੋਣ ਦੀ ਲੋੜ ਨਹੀਂ ਹੈ। ਸਿਰਫ ਉਮਰ ਲਈ ਪਹਿਚਾਣ ਪੱਤਰ ਚਾਹੀਦਾ ਹੈ। ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ sheridancollege.ca/vaccine ਤੇ ਜਾਓ।
ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲकुल पूरी दुनिया आजकल ਜਿਹੜੀ ਹੈ डिपेंडेंट हो चुकी है इंटरनेट ਦੇ ਉੱਪਰ और एक ग्लोबल ग्लिच आया है जिस करके बहुत ਸਾਰੀਆਂ ਜਿਹੜੀਆਂ ਵੈਬਸਾਈਟਸ ਡਾਊਨ ਹੋ ਗਈਆਂ ਸੀਗੀਆਂ और क्लाउड आउटेज हो गई ਸੀਗੀ। और ਇਹ ਜਿਹੜੀ ਕੰਪਨੀ ਹੈ ਫਾਸਟਲੀ, ਇਹ ਸੈਨ ਫਰਾਂਸਿਸਕੋ ਬੇਸਡ ਕੰਪਨੀ ਹੈ ਜਿੱਥੋਂ ਬਹੁਤ ਸਾਰੀਆਂ ਵੈਬਸਾਈਟਸ ਜਿਹੜੀਆਂ ਇਸ ਦਾ ਇਸਤੇਮਾਲ ਕਰਦੀਆਂ ਨੇ ਔਰ ਇਹ ਸਾਰੀਆਂ ਵੈਬਸਾਈਟਸ ਜਿਹੜੀਆਂ ਨੇ ਆਫਲਾਈਨ ਹੋ ਗਈਆਂ ਬਰੀਫਲੀ ਕੱਲ ਜਦੋਂ ਕਿ ਆਊਟੇਜ ਹੋਈ ਸੀਗੀ ਕਲਾਊਡ ਸਰਵਿਸ ਕੰਪਨੀ ਫਾਸਟਲੀ ਵੱਲੋਂ। और काफ़ी सारी ਜਿਹੜੀ ਕੰਪਨੀਆਂ ਜਿਹੜੀਆਂ ਕਿ ਇੰਟਰਨੈਟ ਦੇ ਉੱਪਰ ਹੀ ਬੇਸਡ ਹੈਗੀਆਂ ਉਹਨਾਂ ਵਾਸਤੇ ਮੁਸ਼ਕਿਲ ਬਣ ਗਈ ਔਰ ਇਹਨਾਂ ਵਿੱਚ ਬਹੁਤ ਸਾਰੀ ਕੰਪਨੀਆਂ ਇਸ ਤਰ੍ਹਾਂ ਵੱਡੇ ਨਾਮਾਂ ਵਾਲੀਆਂ ਹੈਗੀਆਂ। ਨਿਊਯਾਰਕ ਟਾਈਮਜ਼ ਹੈ, ਇਸ ਦੇ ਵਿੱਚ CNN ਹੈ, Amazon ਦੀਆਂ ਸਾਈਟਸ ਨੇ, ਟਵਿਚ ਹੈ, ਰੈਡਿਟ ਹੈ, ਦ ਗਾਰਡੀਅਨ ਹੈ ਔਰ UK ਦੇ ਗਵਰਨਮੈਂਟ ਦਾ ਜਿਹੜਾ ਹੋਮ ਪੇਜ ਹੈ ਉਸ ਨੂੰ ਵੀ ਰੀਚ ਨਹੀਂ ਸੀ ਕੀਤਾ ਜਾ ਰਿਹਾ। ਏਸ਼ੀਆ ਵਿੱਚ ਦੇਖੀਏ ਤੇ ਜਿਹੜੇ ਸ਼ਹਿਰ ਨੇ ਹਾਂਗਕਾਂਗ ਹੋ ਗਿਆ, ਸਿੰਗਾਪੁਰ ਹੋ ਗਿਆ, ਉੱਥੇ ਤੱਕ ਜਿਹੜਾ ਹੈ ਅਸਰ ਹੋਇਆ ਸੀਗਾ ਔਰ ਜਿੱਥੇ ਯੂਜ਼ਰ ਜਿਹੜੇ ਸੀਗੇ CNN ਵੈਬਸਾਈਟ ਨੂੰ ਜਿਹੜਾ ਹੈ ਉਹ ਰੀਚ ਨਹੀਂ ਕਰ ਪਾਇਆ ਰਹੇ ਸੀਗੇ। ਚਾਈਨਾ ਦੇ ਵਿੱਚ ਮੋਸਟਲੀ ਫੋਰਨ ਮੀਡੀਆ ਦੀ ਜਿਹੜੀ ਵੈਬਸਾਈਟਸ ਨੇ ਆਲਰੇਡੀ ਬਲੌਕ ਕੀਤੀਆਂ ਹੋਈਆਂ ਪਰ ਇਸ ਕਰਕੇ ਉੱਥੇ ਥੋੜੀ ਜਿੰਨੀ ਘੱਟ ਗੱਲ ਕੀਤੀ ਗਈ ਇਸ ਆਊਟੇਜ ਦੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਜਿਸ ਤਰ੍ਹਾਂ ਕਿ ਵੇਬੋ ਵਰਗਾ। ਔਰ ਇਹ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਫਾਸਟਲੀ ਜਿਹੜੀ ਕੰਪਨੀ ਹੈ ਜਿਹੜੀ ਇੰਟਰਨੈਟ ਪ੍ਰੋਵਾਈਡਰ ਹੈਗੀ ਸੈਨ ਫਰਾਂਸਿਸਕੋ ਬੇਸਡ ਕੰਪਨੀ ਹੈ, ਈਸਟਰਨ ਟਾਈਮ ਦੇ ਹਿਸਾਬ ਨਾਲ ਸਵੇਰੇ 6 ਵਜੇ ਇਹਨਾਂ ਨੂੰ ਪਤਾ ਚੱਲਿਆ ਔਰ ਉਸ ਤੋਂ ਬਾਅਦ ਕਿ ਇਹ ਜਿਹੜੀ ਹੈ ਆਊਟੇਜ ਹੋ ਰਹੀ ਹੈ, ਕਲਾਊਡ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਹੈ ਔਰ ਵੈਬਸਾਈਟ ਦੇ ਵਿੱਚ ਬਾਰ-ਬਾਰ ਜਿਹੜਾ ਹੈ ਗੱਲ ਕਹੀ ਜਾ ਰਹੀ ਸੀਗੀ ਕਿ ਕੰਟੀਨਿਊਇੰਗ ਟੂ ਇਨਵੈਸਟੀਗੇਟ ਦਾ ਇਸ਼ੂ ਔਰ 1 ਘੰਟਾ ਲੱਗਿਆ। ਫਿਰ ਉਸ ਤੋਂ ਬਾਅਦ ਕੰਪਨੀ ਨੂੰ ਸਮਝ ਲੱਗ ਗਈ ਔਰ ਇਸ ਨੂੰ ਜਿਹੜਾ ਫਿਕਸ ਕਰਨ ਵਾਸਤੇ ਜਿਹੜੀ ਹੈ ਆਪਣਾ ਜਿਹੜੇ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਇਹ ਦੇਖਿਆ ਗਿਆ ਕਿ ਐਕਚੁਅਲੀ ਇਹ ਜਿਹੜੀ ਹੈ ਵਿੱਚ ਇਹਨਾਂ ਦੇ ਸਰਵਿਸ ਕਨਫੀਗਰੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਤੇ ਜਿਸ ਕਰਕੇ ਜਿਹੜੀਆਂ ਡਿਸਰਪਸ਼ਨਸ ਆ ਰਹੀਆਂ ਸੀਗੀਆਂ, ਜਿਹੜੀ ਆਊਟੇਜ ਸੀਗੀ ਇਹਨਾਂ ਤੱਕ ਵੱਲੋਂ ਇੰਟਰਨਲੀ ਕਿਤੇ ਹੋ ਗਈ ਸੀਗੀ ਔਰ ਉਸ ਨੂੰ ਫਿਕਸ ਕਰ ਦਿੱਤਾ ਗਿਆ। ਔਰ ਹਾਲਾਂਕਿ ਥੋੜੀ ਹੀ ਦੇਰ ਵਾਸਤੇ ਇਹ ਜਿਹੜਾ ਹੈ ਵੈਬਸਾਈਟਸ ਡਾਊਨ ਹੋਈਆਂ ਸੀਗੀਆਂ, ਫਿਰ ਵੀ ਜਿਹੜੀਆਂ ਮੇਜਰ ਫਿਊਚਰ ਮਾਰਕੀਟਸ ਨੇ US ਦੇ ਵਿੱਚ ਉਹ ਬਿਲਕੁਲ ਕੁਝ ਮਿੰਟਾਂ ਬਾਅਦ ਹੀ ਜਿਹੜੀ ਆਊਟੇਜ ਤੋਂ ਬਾਅਦ ਚ ਬਹੁਤ ਸ਼ਾਰਪਲੀ ਜਿਹੜੀਆਂ ਡਿਪ ਕਰ ਗਈਆਂ। ਔਰ ਐਸੇ ਤਰ੍ਹਾਂ ਉਦੋਂ ਹੋਇਆ ਸੀਗਾ ਜਦੋਂ ਸਾਈਬਰ ਅਟੈਕ ਹੋਇਆ ਸੀਗਾ ਔਰ ਉਸ ਤੋਂ 1 ਮਹੀਨਾ ਬਾਅਦ ਜਿਹੜੇ ਲਾਰਜੈਸਟ ਫਿਊਲ ਪਾਈਪਲਾਈਨ ਸੀਗੀ US ਦੇ ਵਿੱਚ ਉਸਨੇ ਆਪਣੇ ਸਾਰੇ ਆਪਰੇਸ਼ਨ ਜਿਹੜੇ ਨੇ ਬੰਦ ਕਰ ਦਿੱਤੇ ਗਏ ਸੀਗੇ। ਔਰ ਇੰਟਰਨੈਟ ਟ੍ਰੈਫਿਕ ਦਾ ਜਿਹੜੀ ਮੇਜਰਮੈਂਟ ਹੈ ਉਸ ਨੂੰ ਦੇਖਿਆ ਜਾਂਦਾ ਹੈ ਕਿ ਜਿਹੜਾ ਆਊਟੇਜ ਹੈ ਉਹ ਤਕਰੀਬਨ 1 ਘੰਟਾ ਵਾਸਤੇ ਜਿਹੜੀ ਹੈ ਰਹੀ ਸੀਗੀ ਔਰ ਉਹ ਜਿਹੜਾ ਘੰਟਾ ਉਦੋਂ ਸੀਗਾ ਜਦੋਂ ਕਿ ਮੋਸਟਲੀ ਅਮਰੀਕਨਸ ਦੇ ਉੱਠਣ ਤੋਂ ਪਹਿਲੇ ਦਾ ਜਿਹੜਾ ਘੰਟਾ ਸੀਗਾ ਯੂਰਪੀਅਨ ਟਾਈਮ ਦੇ ਹਿਸਾਬ ਨਾਲ ਜੇ ਦੇਖਿਆ ਜਾਏ ਤੇ ਮਿਡ ਮਾਰਨਿੰਗ ਸੀਗੀ ਤੇ 1 ਘੰਟੇ ਦੀ ਆਊਟੇਜ ਦੇ ਨਾਲ ਹੀ ਇੰਨੀ ਜ਼ਿਆਦਾ ਜਿਹੜੀ ਹੈ ਉਥਲ ਪੁਥਲ ਹੋ ਗਈ ਇਸ ਸਾਰੇ ਸੰਸਾਰ ਦੇ ਵਿੱਚ। ਹੋਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਕੁਝ ਕਮਰਸ਼ੀਅਲਸ ਤੋਂ ਬਾਅਦ। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲकुल ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਔਰ ਖਾਣਾ ਖਾਣ ਦੀ ਗੱਲ ਚੱਲੀ ਹੈ ਤੇ ਤੁਹਾਨੂੰ ਥੋੜੀ ਜਿਹੀ ਅਸੀਂ ਹੋਰ ਇੱਕ ਗੁੱਡ ਨਿਊਜ਼ ਦੇ ਦਈਏ ਕਿ ਆਊਟਡੋਰ ਪੈਟੀਓਸ ਜਿਹੜੇ ਨੇ ਉਹ ਹੁਣ ਖੁੱਲਣ ਜਾ ਰਹੇ ਨੇ ਔਰ ਓਨਟਾਰੀਓ ਦਾ ਜਿਹੜਾ ਹੈ ਸਟੈਪ 1 ਰੀਓਪਨਿੰਗ ਦਾ ਉਹ ਬੜੀ ਜਲਦੀ ਸ਼ੁਰੂ ਹੋ ਰਿਹਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ 14 ਜੂਨ ਨੂੰ ਰੀਓਪਨਿੰਗ ਹੋਏਗੀ ਔਰ ਥੋੜਾ ਜਿਹਾ ਅੰਦਾਜ਼ਾ ਦਿੱਤਾ ਵੀ ਜਾ ਰਿਹਾ ਸੀਗਾ ਕਿ ਥੋੜੇ ਦਿਨ ਪਹਿਲੇ ਸ਼ਾਇਦ ਰੀਓਪਨਿੰਗ ਹੋ ਜਾਏ। ਉਹੀ ਗੱਲ ਹੋਈ, ਫਰਾਈਡੇ ਤੋਂ ਇਹ ਜਿਹੜੀ ਸਟੈਪ 1 ਰੀਓਪਨਿੰਗ ਜਿਹੜੀ ਹੈ ਓਨਟਾਰੀਓ ਦੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿ ਆਊਟਡੋਰ ਡਾਈਨਿੰਗ ਤੇ ਨਾਨ ਐਸੈਂਸ਼ੀਅਲ ਰਿਟੇਲ ਜਿਹੜਾ ਹੈ ਕੁਝ ਹੱਦ ਤੱਕ ਜਿਹੜਾ ਰਿਜ਼ਿਊਮ ਕਰ ਦਿੱਤਾ ਜਾਏਗਾ। ਪਹਿਲੀ ਗੱਲ ਤੇ ਜਿਹੜੀ ਹੈ ਇਕਨੋਮਿਕ ਰਿਕਵਰੀ ਪਲਾਨ ਜਿਹੜਾ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ 14 ਜੂਨ ਵਾਸਤੇ ਸੀਗਾ ਪਰ ਥੋੜਾ ਅਰਲੀ ਕਰ ਦਿੱਤਾ ਗਿਆ ਹੈ ਔਰ 4 ਲੋਕ ਇੱਕ ਟੇਬਲ ਦੇ ਉੱਪਰ ਹੋ ਸਕਣਗੇ ਆਊਟਡੋਰ ਡਾਈਨਿੰਗ ਦੇ ਵਿੱਚ। ਨਾਨ ਐਸੈਂਸ਼ੀਅਲ ਰਿਟੇਲ ਵੀ ਜਿਹੜਾ ਹੈ 15% ਦੀ ਕੈਪੈਸਿਟੀ ਤੱਕ ਜਿਹੜਾ ਹੈ ਲਿਮਿਟਡ ਰਹੇਗਾ ਔਰ 6 ਜੂਨ ਤੋਂ ਸਰਕਾਰ ਦਾ ਕਹਿਣਾ ਹੈ ਕਿ ਉਦੋਂ ਤੱਕ 72% ਦੀ ਜਿਹੜੀ ਹੈ 18+ ਜਿਹੜੀ ਪੋਪੂਲੇਸ਼ਨ ਹੈ ਉਹਨਾਂ ਨੂੰ ਘੱਟੋ ਘੱਟ 1 ਡੋਜ਼ ਵੈਕਸੀਨ ਦੀ ਜਿਹੜੀ ਲੱਗ ਜਾਏਗੀ। ਪਹਿਲਾ ਸਟੈਪ ਜਿਹੜਾ ਹੈ ਬੜੀ ਦੇਰ ਤੋਂ ਇਸ ਦੀ ਇੰਤਜ਼ਾਰ ਹੋ ਰਹੀ ਸੀ ਕਦੋਂ ਕਿ ਰੀਓਪਨਿੰਗ ਹੋਏਗੀ ਤੇ ਸ਼ੁੱਕਰਵਾਰ ਨੂੰ ਹੋ ਰਹੀ ਹੈ। ਸਕੇਜੂਅਲ ਜਿਹੜਾ ਟਾਈਮ ਸੀਗਾ ਉਸ ਤੋਂ ਕੁਝ ਦਿਨ ਪਹਿਲਾਂ ਰੀਓਪਨਿੰਗ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਹੈ ਐਕਟੀਵਿਟੀਜ਼ ਖੁੱਲ ਜਾਣਗੀਆਂ।
4 ਲੋਕ ਇੱਕ ਟੇਬਲ ਦੇ ਉੱਪਰ, ਔਰ ਨਾਨ ਐਸੈਂਸ਼ੀਅਲ ਰਿਟੇਲ ਜਿਹੜੀ ਹੈ 15% ਕੈਪੈਸਿਟੀ ਦੇ ਉੱਪਰ। ਇਸ ਵੀਕਐਂਡ ਦੇ ਸ਼ੁਰੂ ਹੋਣ ਤੋਂ ਪਹਿਲੇ ਹੀ ਸ਼ੁਰੂ ਹੋ ਜਾਏਗੀ, ਕਿਉਂਕਿ ਫਰਾਈਡੇ ਤੋਂ ਹੀ ਰੀਓਪਨਿੰਗ ਹੋਣ ਜਾ ਰਹੀ ਹੈ। ਨਾਨ ਐਸੈਂਸ਼ੀਅਲ ਜਿਹੜੀ ਰਿਟੇਲ ਹੈਗੀ ਹੈ, ਜਿਹੜੀ ਸਟਰੀਟ ਐਂਟਰੈਂਸ ਹੈਗੀ ਹੈ, ਉਹ ਜਿਹੜੇ ਸਟੋਰਸ ਨੇ ਉੱਥੇ ਖੁੱਲ ਜਾਏਗੀ। ਪਰ ਜਿਹੜੇ ਸਟੋਰਸ ਮਾਲਸ ਦੇ ਅੰਦਰਲੇ ਪਾਸੇ ਲੋਕੇਟਡ ਨੇ, ਜਿਨ੍ਹਾਂ ਦੀ ਕੋਈ ਸਟਰੀਟ ਐਂਟਰੈਂਸ ਨਹੀਂ ਹੈਗੀ, ਉਹ ਫਿਰ ਸਟੈਪ 2 ਦੇ ਵਿੱਚ ਪਬਲਿਕ ਵਾਸਤੇ ਖੋਲੇ ਜਾਣਗੇ, ਜਿਹੜਾ ਕਿ ਫਿਲਹਾਲ 2 ਜੁਲਾਈ ਤੱਕ ਕਿਹਾ ਜਾ ਰਿਹਾ ਹੈ। ਔਰ ਆਊਟਡੋਰ ਗੈਦਰਿੰਗਸ ਔਰ ਪਬਲਿਕ ਇਵੈਂਟਸ ਵੀ ਤਕਰੀਬਨ ਹੁਣ 10 ਲੋਕਾਂ ਤੱਕ ਜਿਹੜੇ ਹੋਣਗੇ। ਰਿਲੀਜੀਅਸ ਸਰਵਿਸਿਜ਼ ਹੋਣ ਜਾਂ ਰਾਈਟਸ ਜਾਂ ਸੈਰੇਮਨੀਜ਼ ਵਗੈਰਾ ਹੋਣ, ਉਹ ਜਿਹੜੇ ਫਿਊਨਰਲ ਸਰਵਿਸਿਜ਼ ਜਾਂ ਵੈਡਿੰਗਸ, ਇਸ ਦੇ ਉੱਪਰ ਵੀ ਜਿਹੜਾ ਹੈ 15% ਦੀ ਕੈਪੈਸਿਟੀ ਜਿਹੜੀ ਹੈ ਕੀਤੀ ਗਈ ਹੈ, ਜਿਸ ਦੇ ਨਾਲ ਕਿ ਫਿਜ਼ੀਕਲ ਡਿਸਟੈਂਸਿੰਗ ਘੱਟੋ ਘੱਟ 2 ਮੀਟਰ ਤੱਕ ਜਿਹੜੀ ਹੈ ਮੇਨਟੇਨ ਕੀਤੀ ਜਾ ਸਕੇ। ਔਰ ਸਪੋਰਟਸ ਟ੍ਰੇਨਿੰਗ ਔਰ ਪਰਸਨਲ ਟ੍ਰੇਨਿੰਗ ਵਗੈਰਾ ਹੈ, ਉਸ ਦੇ ਵਿੱਚ 10 ਲੋਕ ਜਿਹੜੇ ਨੇ ਉਹ ਅਲਾਉਡ ਹੋਣਗੇ ਸ਼ੁੱਕਰਵਾਰ ਤੜਕੇ 12:01 ਤੋਂ ਬਾਅਦ। ਤੇ ਕੋਈ ਵੀ ਇਸ ਤਰ੍ਹਾਂ ਦੇ ਪਰਸਨਲ ਟ੍ਰੇਨਿੰਗ, ਸਪੋਰਟਸ ਜਾਂ ਕੁਝ ਵੀ ਟ੍ਰੇਨਿੰਗ ਦਾ ਜਿਹੜਾ ਵੀ ਕੰਮ ਹੈ, ਉਹ ਵੀ 10 ਲੋਕਾਂ ਤੱਕ ਜਿਹੜਾ ਹੈ ਉਹ ਸ਼ੁਰੂ ਹੋ ਸਕਦਾ ਹੈ। ਤੇ ਲਗਾਤਾਰ ਇਹ ਜਿਹੜੀ ਗੁੱਡ ਨਿਊਜ਼ ਥੋੜ੍ਹੀਆਂ ਕਰਕੇ ਹੁਣ ਆਉਣੀਆਂ ਸ਼ੁਰੂ ਹੋ ਗਈਆਂ, ਤੇ ਬੈਕ ਟੂ ਨਾਰਮਲ ਕੁਝ ਹੱਦ ਤੱਕ ਜਿਹੜਾ ਹੈ ਉਹ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। ਡਾਕਟਰ ਮਤਵਿੰਦਰ ਫੁੱਲ ਸਮਾਈਲ ਡੈਂਚਰ ਕਲੀਨਿਕ, ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500। ट्रैफिक टिकटां, स्पीडिंग दी टिकट, स्टंट ड्राइविंग, केयरलैस ड्राइविंग, सस्पेंडेड लाइसेंस ते गड्डी चलाउणा जां फिर रेड लाइट कैमरे दी टिकट होवे। पॉइंट सेवर दे कानूनी एक्सपर्ट अफोर्डेबल ऑप्शनां नाल तुहाडे जुर्माने घट जां फिर माफ करवा सकदे हन। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844 764 6877। इस तेज चलते वक्त में एक सही फैसला ही आपकी कामयाबी है। एक सही फैसला जो आपकी मेहनत को समर दे, जो आपके इंतजार को मंजिल तक पहुंचाए। इसीलिए तो साल हा साल से आपका जाना पहचाना नाम वाजिद मलिक है, हर वक्त आपके साथ। अ रियल एस्टेट एंड इन्वेस्टमेंट एक्सपर्ट, साउथ एशियन कम्युनिटी की जान। फ्रॉम कॉन्डो, टाउन हाउस, हाउस या हो कोई मेगा कमर्शियल प्रोजेक्ट, इनके लिए है हर क्लाइंट इक्वली इंपॉर्टेंट। वाजिद मलिक। सो कॉल नाउ 416-827-3333 416-827-3333 or visit wajidmalik.com. Proven trusted name in the community. ਰੂਫਿੰਗ ਦੇ ਵਧੀਆ ਤੇ ਸਸਤੇ ਕੰਮ ਲਈ ਇਨਫਿਨਿਟੀ ਰੂਫਿੰਗ, ਕਿਉਂਕਿ ਇਹਨਾਂ ਕੋਲੇ 18 ਸਾਲ ਦਾ ਤਜਰਬਾ। ਕੰਮ ਕਮਰਸ਼ੀਅਲ ਹੋਵੇ ਜਾਂ ਰੈਜ਼ੀਡੈਂਸ਼ੀਅਲ, ਸ਼ਿੰਗਲ ਰੂਫ, ਫਲੈਟ ਰੂਫ, ਮੈਟਲ ਰੂਫ, ਐਲੂਮੀਨੀਅਮ ਜਾਂ ਵਿਨਾਈਲ ਸਲਾਈਡਿੰਗ, ਮਾਈਨਰ ਜਾਂ ਐਮਰਜੈਂਸੀ ਰਿਪੇਅਰਸ, ਵੈਂਟੀਲੇਸ਼ਨ ਜਾਂ ਐਟਿਕ ਇਨਸੂਲੇਸ਼ਨ। ਕਾਲ ਬਲਜੀਤ ਬਰਾੜ ਫॉर ਫ੍ਰੀ ਐਸਟੀਮੇਟਸ। ਦੇ ਵਿੱਚ ਦਬਾ ਦਬ ਵੈਕਸੀਨ ਲੱਗ ਰਹੇ ਆ। ਤੁਹਾਨੂੰ ਕੱਲ ਵੀ ਦੱਸਿਆ ਸੀ ਕਿ 10 ਮਿਲੀਅਨ ਲੋਕਾਂ ਨੂੰ ਅੰਟਾਰੀਓ ਵਿੱਚ ਹੁਣ ਤੱਕ ਵੈਕਸੀਨ ਲੱਗ ਚੁੱਕੇ ਹੈ। ਔਰ ਜੇ ਕੈਨੇਡਾ ਦੀ ਓਵਰਆਲ ਗੱਲ ਕਰੀਏ 24 ਮਿਲੀਅਨ ਵੈਕਸੀਨ ਓਵਰਆਲ ਕੈਨੇਡਾ ਵਿੱਚ ਲੱਗ ਚੁੱਕੇ ਹੈ। ਜੇ 60% ਗੱਲ ਕਰੀਏ ਕੈਨੇਡੀਅਨ ਓਵਰਆਲ ਵੈਕਸੀਨੇਟ ਹੋ ਚੁੱਕੇ ਹੈ। ਅਤੇ ਜੇ ਗੱਲ ਕਰੀਏ ਅੰਟਾਰੀਓ ਦੀ ਤਾਂ 70% ਨੂੰ ਅਸੀਂ ਟੱਚ ਕਰ ਚੁੱਕੇ ਹਾਂ। ਔਰ ਲਗਭਗ 10% ਲੋਕ ਡਬਲ ਡੋਜ਼ ਜਿਹਨਾਂ ਨੂੰ ਲੱਗ ਚੁੱਕੀ ਹੈ। ਇਹ ਸਾਰਾ ਕੁਝ ਫ੍ਰੀ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ। ਲੇਕਿਨ ਦੂਜੇ ਪਾਸੇ ਭਾਰਤ ਦੀ ਗੱਲ ਕਰੀਏ, ਪੈਸੇ ਦੇਣੇ ਪੈ ਰਹੇ ਸੀ ਲੋਕਾਂ ਨੂੰ। ਕਿਸੇ ਸਟੇਟ 'ਚ ਕੋਈ ਰੇਟ ਹੈ, ਕਿਤੇ ਕੋਈ ਰੇਟ ਹੈ। ਤਾਂ ਬੜੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਕਿਉਂ ਨਾ ਪੂਰੇ ਭਾਰਤ ਦੇ ਵਿੱਚ ਇੱਕ ਸਿਸਟਮ ਬਣਾਇਆ ਜਾਵੇ। ਉਸ ਨੂੰ ਦੇਖਦਿਆਂ ਹੋਇਆਂ ਚੰਗੀ ਗੱਲ ਇਹ ਹੈ ਜੀ ਕਿ ਉੱਥੇ ਵੀ ਹੁਣ ਭਾਰਤ ਦੇ ਵਿੱਚ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਐਲਾਨ ਕਰ ਦਿੱਤਾ ਹੈ ਕਿ ਲੋਕਾਂ ਨੂੰ ਫ੍ਰੀ ਟੀਕੇ ਲਗਾਏ ਜਾਣਗੇ। 45 ਕਰੋੜ ਵੈਕਸੀਨ ਦੀ ਡਿਮਾਂਡ ਭਾਰਤ ਸਰਕਾਰ ਨੇ ਕਰ ਦਿੱਤੀ ਹੈ। ਔਰ ਇਹਦੇ ਵਿੱਚ ਜਿਹੜਾ ਕੋਵਾਸ਼ੀਲਡ ਹੈ ਉਹ 700 ਕੋਈ ਮੈਂ ਕਿਹਾ 40 ਰੁਪਈਏ, ਅਤੇ ਜਿਹੜਾ ਕੋਵੈਕਸੀਨ ਹੈ ਉਹ ਸ਼ਾਇਦ ਕੋਈ 1400 ਰੁਪਈਏ, ਅਤੇ ਰਸ਼ੀਆ ਦਾ ਸਪੂਤਨਿਕ ਉਹ ਕੋਈ 1500 ਰੁਪਈਏ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਇਆ ਜਾਵੇਗਾ। ਲੇਕਿਨ ਅਦਰਵਾਈਜ਼ ਸਰਕਾਰੀ ਹਸਪਤਾਲਾਂ ਵਿੱਚ ਟੀਕੇ ਲੱਗਣਗੇ ਬਿਲਕੁਲ ਫ੍ਰੀ।
ਤੇ ਮੋਡਰਨਾ ਤੇ ਨਾਲ ਦੀ ਨਾਲ ਹੀ ਫਾਈਜ਼ਰ, ਇਹਨਾਂ ਨੂੰ ਅਪਰੂਵਲ ਅਜੇ ਨਹੀਂ ਮਿਲੀ। ਜੇ ਅਪਰੂਵਲ ਮਿਲ ਗਈ ਤੇ ਇਹ 2 ਕੰਪਨੀਆਂ ਦੇ ਵੈਕਸੀਨ ਵੀ ਭਾਰਤ ਦੇ ਵਿੱਚ ਵੱਡੀ ਗਿਣਤੀ ਵਿੱਚ ਲਗਾਏ ਜਾਣਗੇ। ਤਾਂ ਬੜੀ ਜ਼ੋਰ ਸ਼ੋਰ ਨਾਲ ਇਸ ਵੇਲੇ ਤਿਆਰੀ ਚੱਲ ਰਹੀ ਹੈ ਉੱਥੇ ਹੁਣ ਵੈਕਸੀਨੇਸ਼ਨ ਦੀ, ਕਿਉਂਕਿ 200 ਕਰੋੜ ਵੈਕਸੀਨ ਲੱਗਣੇ ਆ ਟੋਟਲ। ਕਿੰਨੀ ਜਲਦੀ ਲੱਗਣਗੇ ਇਹ ਅਜੇ ਬੜਾ ਵੱਡਾ ਸਵਾਲ ਹੈ। ਲੇਕਿਨ ਚੰਗੀ ਖਬਰ ਭਾਰਤ ਤੋਂ ਕਿ ਭਾਰਤ ਸਰਕਾਰ ਨੇ ਵੀ ਹੁਣ ਐਲਾਨ ਕਰ ਦਿੱਤਾ ਹੈ ਕਿ ਫ੍ਰੀ ਵੈਕਸੀਨ ਸਰਕਾਰੀ ਹਸਪਤਾਲਾਂ 'ਚ ਉੱਥੇ ਲਗਾਏ ਜਾਣਗੇ। ਸਮਾਂ ਇੱਥੇ ਹੀ ਹੁਣ ਸਮਾਪਤੀ ਵਾਲੇ ਪਾਸੇ ਹੈ ਔਰ ਪ੍ਰੋਗਰਾਮ 'ਚ ਅਸੀਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਨੂੰ ਅਸੀਂ ਨਾ ਸਿਰਫ ਖਬਰਾਂ, ਹਰ ਤਰ੍ਹਾਂ ਦੀ ਜਾਣਕਾਰੀ ਦਈਏ। ਰਾਤ ਨੂੰ ਠੀਕ 8 ਵਜੇ ਤੁਸੀਂ ਟੌਪ 8 ਐਟ 8 ਪ੍ਰੋਗਰਾਮ ਦੇਖਦੇ ਹੋ ਪ੍ਰਵਾਸੀ TV ਤੇ। ਮੰਡੇ ਟੂ ਸੰਡੇ ਇਹ ਤੁਹਾਡੇ ਲਈ ਐਵਰੀਡੇ ਪ੍ਰੋਗਰਾਮ ਪੇਸ਼ ਹੁੰਦਾ ਹੈ। ਸੈਟਰਡੇ ਇਸ ਨੂੰ ਗਗਨਦੀਪ ਹੋਰੀ ਪੇਸ਼ ਕਰਦੇ ਆ। ਬਾਕੀ ਦਿਨ ਪ੍ਰੋਗਰਾਮ ਤੁਹਾਡੇ ਲਈ ਮੈਂ ਲੈ ਕੇ ਹਾਜ਼ਰ ਹੁੰਨਾ, ਜਿਹਦੇ 'ਚ ਅਸੀਂ ਦਿਨ ਭਰ ਦੀਆਂ ਵੱਡੀਆਂ 8 ਖਬਰਾਂ, ਕੁਝ ਖਾਸ ਇੰਟਰਵਿਊਜ਼, ਕੁਝ ਹੋਰ ਖਾਸ ਜਾਣਕਾਰੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਰੇਡੀਓ 'ਤੇ ਅਸੀਂ ਜਿਹੜੀਆਂ ਖਬਰਾਂ ਪੇਸ਼ ਕਰਦੇ ਹਾਂ ਰਾਤ ਨੂੰ ਰਿਪੀਟ ਵੀ ਕਰਦੇ ਹਾਂ ਟੌਪ 8 ਐਟ 8 ਪ੍ਰੋਗਰਾਮ ਦੇ ਦੌਰਾਨ ਜੀ। ਔਰ ਹੁਣ ਸਮਰ ਜਿਹੜੀ ਆ ਰਹੀ ਹੈ ਔਰ ਇਸ ਕਰਕੇ ਟੋਰਾਂਟੋ ਨੇ ਸਮਰ ਕੈਂਪ ਰਜਿਸਟ੍ਰੇਸ਼ਨ ਉਸ ਦੀ ਓਪਨਿੰਗ ਕਰ ਦਿੱਤੀ ਹੈ। ਕਾਫੀ ਸਾਰੇ ਆਊਟਡੋਰ ਫਿਟਨੈਸ ਪ੍ਰੋਗਰਾਮਸ ਜਿਹੜੇ ਨੇ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਲਾਂਚ ਕੀਤੇ ਜਾ ਰਹੇ ਨੇ ਔਰ ਸਿਟੀ ਰਨ ਸਮਰ ਕੈਂਪਸ ਜਿਹੜੇ ਹੈ ਅੱਜ ਤੋਂ ਮੰਗਲਵਾਰ ਤੋਂ ਸ਼ੁਰੂ ਹੋ ਗਏ ਨੇ ਔਰ ਇਸ ਦੇ ਵਿੱਚ ਜਿਹੜਾ ਹੈ 5 ਜੁਲਾਈ ਤੋਂ ਲੈ ਕੇ ਜਿਹੜਾ ਹੈ 27 ਅਗਸਤ ਤੱਕ ਤਕਰੀਬਨ ਚੱਲਦੇ ਨੇ ਔਰ 12 ਸਾਲ ਤੱਕ ਦੇ ਜਿਹੜੇ ਬੱਚੇ ਨੇ 4 ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ, ਉਹਨਾਂ ਵਾਸਤੇ ਕੈਂਪ ਲਗਾਏ ਜਾਂਦੇ ਨੇ ਔਰ ਇਸ ਦੇ ਨਾਲ ਨਾਲ ਟ੍ਰੈਡੀਸ਼ਨਲ ਡੇ ਕੈਂਪ ਐਕਸਪੀਰੀਐਂਸਿਸ ਜਿਹੜੇ ਹੋਣਗੇ ਜਿਸ ਦੇ ਵਿੱਚ ਡਾਂਸ, ਡਰਾਮਾ, ਮਿਊਜ਼ਿਕ, ਆਰਟਸ, ਕ੍ਰਾਫਟਸ, ਐਕਟਿਵ ਗੇਮਸ ਜਿਹੜੇ ਬੱਚੇ ਇੰਜੋਏ ਕਰਦੇ ਨੇ। 160 ਲੋਕੇਸ਼ਨਸ ਨੇ ਟੋਰਾਂਟੋ ਭਰ ਦੇ ਵਿੱਚ ਜਿੱਥੇ ਕਿ ਬੱਚਿਆਂ ਵਾਸਤੇ ਕੈਂਪ ਲਗਾਏ ਜਾ ਰਹੇ ਨੇ ਔਰ ਇਸ ਦੇ ਨਾਲ ਨਾਲ ਕੈਂਪ ਟੋਰਾਂਟੋ ਪਲੱਸ ਵੀ ਇਸ ਵਾਰੀ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਕਿ ਇਨ ਪਰਸਨ ਸਪੈਸ਼ਲਿਟੀ ਕੈਂਪਸ ਲਗਾਏ ਜਾਣਗੇ ਕਮਿਊਨਿਟੀ ਸੈਂਟਰਸ, ਮਿਊਜ਼ੀਅਮਸ ਵਗੈਰਾ ਦੇ ਵਿੱਚ ਜਿੱਥੇ ਕਿ ਸਪੈਸ਼ਲ ਪ੍ਰੋਗਰਾਮ ਜਿਹੜੇ ਲਗਾਏ ਜਾਣਗੇ ਔਰ ਸਾਰੇ ਜਿਹੜੇ ਹੈ ਪਬਲਿਕ ਸੇਫਟੀ ਪ੍ਰੋਟੋਕੋਲਸ ਨੂੰ ਜਿਹੜਾ ਹੈ ਉਸ ਦਾ ਧਿਆਨ ਰੱਖਿਆ ਜਾਏਗਾ। ਕੈਂਪਸ ਜਿਹੜੇ ਲਗਾਏ ਜਾਣਗੇ ਪੂਰਾ ਹਫਤਾ ਇਹ ਕੈਂਪ ਜਿਹੜਾ ਹੈ ਇਕੱਠਾ ਹੀ ਰਹੇਗਾ ਔਰ ਦੂਸਰੇ ਗਰੁੱਪਸ ਦੇ ਨਾਲ ਮਿੰਗਲ ਨਹੀਂ ਕਰੇਗਾ। ਕੈਂਪ ਤੋਂ ਪਹਿਲਾਂ ਪ੍ਰੀ ਕੈਂਪ ਹੈਲਥ ਚੈੱਕ ਜਿਹੜਾ ਹੈ ਉਹ ਫੋਨ ਦੇ ਰਾਹੀਂ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਜਿਹੜੇ ਲੋਕੀ ਇਨ ਪਰਸਨ ਜਿਹੜੇ ਕੈਂਪ ਅਟੈਂਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਵਰਚੁਅਲ ਕੈਂਪ ਸੈਸ਼ਨਸ ਲਗਾਏ ਜਾ ਰਹੇ ਨੇ ਜਿਹੜੇ ਕਿ 45 ਮਿੰਟਾਂ ਦੇ ਹੋਣਗੇ। ਪੂਰੀ ਸਮਰ ਦੌਰਾਨ ਜਿਹੜੇ ਨੇ 35,000 ਸਪੇਸਿਸ ਕੈਂਪ ਟੋਰਾਂਟੋ ਵਾਸਤੇ ਦਿੱਤੇ ਜਾ ਰਹੇ ਨੇ ਜਿਸ ਦੇ ਵਿੱਚ ਅਡੈਪਟਡ ਪ੍ਰੋਗਰਾਮਸ ਵੀ ਹੋਣਗੇ। 1000 ਲੋਕ ਜਿਹੜੇ ਨੇ ਹੋਰ ਹਾਇਰ ਕੀਤੇ ਗਏ ਨੇ ਤਾਂ ਕਿ ਇਹਨਾਂ ਪ੍ਰੋਗਰਾਮਸ ਨੂੰ ਜਿਹੜਾ ਹੈ ਸਪੋਰਟ ਕੀਤਾ ਜਾ ਸਕੇ। ਪੇਰੈਂਟਸ ਜਿਹੜਾ ਹੈ ਬੱਚਿਆਂ ਵਾਸਤੇ ਆਨਲਾਈਨ ਵੀ ਰਜਿਸਟਰ ਕਰ ਸਕਦੇ ਨੇ, ਕਾਲ ਵੀ ਕਰ ਸਕਦੇ ਨੇ। 5 ਲੋਕ ਇਨ ਪਰਸਨ ਜਿਹੜੇ ਨੇ ਉਹ ਰਜਿਸਟ੍ਰੇਸ਼ਨ ਲੋਕੇਸ਼ਨਸ ਦੇ ਵਿੱਚ ਵੀ ਜਾ ਕੇ ਜਿਹੜੀ ਹੈ ਆਪਣੀ ਰਜਿਸਟ੍ਰੇਸ਼ਨ ਜਿਹੜੀਆਂ ਕਰਾ ਸਕਦੇ ਨੇ। ਬਹੁਤ ਸਾਰੇ ਜਿਹੜੇ ਕੈਂਪਸ ਲਗਾਏ ਜਾ ਰਹੇ ਨੇ ਔਰ ਇਸ ਦੇ ਵਿੱਚ ਮੈਨੂੰ ਆਪ ਪੜ੍ਹ ਕੇ ਬੜਾ ਮਜ਼ਾ ਆ ਰਿਹਾ ਹੈ ਕਿਉਂਕਿ ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਕਾਫੀ ਆਊਟਡੋਰ ਡ੍ਰੌਪ ਇਨ ਫਿਟਨੈਸ ਵਰਕਆਊਟਸ ਜਿਹੜੇ ਨੇ ਉਹ ਵੀ ਅਵੇਲੇਬਲ ਹੋਣਗੇ, ਵਾਕਿੰਗ ਪ੍ਰੋਗਰਾਮਸ ਹੋਣਗੇ ਇਹਨਾਂ ਦੇ ਵਿੱਚ ਔਰ ਫ੍ਰੀ ਵਾਕ ਫਿਟ ਪ੍ਰੋਗਰਾਮ ਜਿਹੜਾ ਹੋਏਗਾ ਜਿਹੜਾ ਕਿ 13 ਸਾਲ ਤੋਂ ਉੱਪਰ ਦੇ ਜਿਹੜੇ ਲੋਕਾਂ ਵਾਸਤੇ ਅਵੇਲੇਬਲ ਹੋਏਗਾ ਔਰ 10 ਪਾਰਟਿਸਪੈਂਟਸ ਪਰ ਕਲਾਸ ਦੇ ਵਿੱਚ ਹੋਣਗੇ। ਪੇਡ ਗਰੁੱਪ ਵੀ ਹੋਣਗੇ ਫਿਟਨੈਸ ਕਲਾਸਿਸ ਵਾਸਤੇ ਜਿਸ ਦੇ ਵਿੱਚ ਕਿ 13 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਨੇ ਉਹ ਬੂਟ ਕੈਂਪ ਜਾਂ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ ਵਗੈਰਾ ਜਾਂ ਕਾਰਡੀਓ ਡਾਂਸ, ਜ਼ੁੰਬਾ ਵਗੈਰਾ ਦੇ ਵਿੱਚ ਹਿੱਸਾ ਲੈ ਸਕਦੇ ਨੇ। ਇਹ ਜਿਹੜੇ ਵਾਕ ਪ੍ਰੋਗਰਾਮਸ ਹੋਣਗੇ ਉਸ ਦੇ ਵਿੱਚ ਵੀ ਪ੍ਰੋਪਰ ਟ੍ਰੇਨਰ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿਸ ਤਰ੍ਹਾਂ ਤੁਸੀਂ ਵਾਕ ਕਰਨੀ ਹੈ ਔਰ ਜਿਹੜੇ ਲੋਕ ਜਿਨ੍ਹਾਂ ਦੇ ਪ੍ਰਾਈਵੇਟ ਬਿਜ਼ਨੈਸਿਸ ਹੈਗੇ ਹੈ ਉਹਨਾਂ ਨੂੰ ਜਿਮਸ ਵਗੈਰਾ ਨੂੰ ਜਿਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ਕੋਵਿਡ ਦੌਰਾਨ ਉਹਨਾਂ ਵਾਸਤੇ ਜੋ ਚਾਹਣ ਤੇ ਆਊਟਡੋਰ ਫਿਟਨੈਸ ਵਗੈਰਾ ਵਾਸਤੇ ਯੋਗਾ ਜਾਂ ਮਾਰਸ਼ਲ ਆਰਟ ਕਲਾਸਿਸ ਜਿਹੜੀਆਂ ਪਾਰਕ ਸਪੇਸਿਸ ਜਿਹੜੀਆਂ ਉਹਨਾਂ ਵਾਸਤੇ ਫ੍ਰੀ ਦਿੱਤੀਆਂ ਜਾਣਗੀਆਂ। ਇਸ ਦੇ ਵਾਸਤੇ ਉਹਨਾਂ ਨੂੰ ਇਹ ਜਿਹੜਾ ਪਰਮਿਟ ਲੈਣਾ ਪਏਗਾ ਔਰ ਜਿਹੜੇ ਵੀ ਪਰਮਿਟ ਹੋਲਡਰਸ ਹੋਣਗੇ ਉਹਨਾਂ ਨੂੰ ਸਾਰੇ ਪ੍ਰੋਵਿੰਸ਼ੀਅਲ ਗਾਈਡਲਾਈਨਸ ਦਾ ਜਿਹੜਾ ਧਿਆਨ ਰੱਖਣਾ ਪਏਗਾ ਜਿਸ ਦੇ ਵਿੱਚ ਕਿ ਗੈਦਰਿੰਗ ਲਿਮਿਟਸ ਵੀ ਹੈਗੀਆਂ ਨੇ, ਨੋਇਜ਼ ਲਿਮਿਟਸ ਵੀ ਹੈਗੀਆਂ ਨੇ ਤੇ ਇਸ ਤਰ੍ਹਾਂ ਦੇ ਹੁਣ ਜਿਹੜੇ ਤੁਸੀਂ ਕੈਂਪਸ ਜੋ ਵੀ ਤੁਸੀਂ ਫਿਟਨੈਸ ਕਲਾਸਿਸ ਅੰਦਰ ਲੈਂਦੇ ਸੀਗੇ ਜਿਮਸ ਵਗੈਰਾ ਦੇ ਉਹ ਤੁਸੀਂ ਹੁਣ ਬਾਹਰ ਵੀ ਲੈ ਸਕਿਆ ਕਰੋਗੇ ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2
2600 और 416-213-1165 और विजिट samosasweetfactory.com। कनाडा विच साडी होर कोई लोकेशन नहीं, सो beware of copycats। तौर तो लेने इजाजत। धन्यवाद, नमस्कार, सत श्री अकाल। Hi, I'm Karan Daliwal, your mortgage broker. See what happened to my clients when I get their mortgage approved. The best mortgage rate excitement. And of course, debt consultation. Well, I'm just doing my job. I don't know why these exy dances keeps happening. Mortgage Alliance.